ਲੱਗੀ ਨਜ਼ਰ ਪੰਜਾਬ ਨੂੰ ਵੰਡ ਹੋ ਗਈ, ਕਈ ਅੱਖੀਓਂ ਪਰੇ ਪਰਿਵਾਰ ਹੋ ਗਏ। ਹੋਇਆ ਜ਼ੁਲਮ ਮਹਾਜਰਾਂ ਨਾਲ ਵੱਡਾ, ਇੱਕ ਦੂਜੇ ਤੋਂ ਵੱਖਰੇ ਯਾਰ ਹੋ ਗਏ। ਹੱਥਾਂ ਨਾਲ ਬਣਾਏ ਘਰ ਛੱਡੇ, ਜਿਹੜੇ ਵੇਖਣੇ ਤੋਂ ਲਾਚਾਰ ਹੋ ਗਏ। ਕਈ ਮੌਤ ਨੇ ਮੂੰਹ ਦੇ ਵਿੱਚ ਪਾਏ, ਕਈ ਨਾਲ ਵਿਛੋੜੇ ਬਿਮਾਰ ਹੋ ਗਏ। ਛੱਡ ਦੇਸ਼ ਵਿਦੇਸ਼ ਲਾਏ ਡੇਰੇ, ਹੋਲੇ ਕੱਖਾਂ ਤੋਂ ਕਈ ਸਰਦਾਰ ਹੋ ਗਏ। ਰਹੀ ਤਾਂਗ ਵਿਸਾਲ ਦੀ ਉਮਰ ਸਾਰੀ, ਕਈ ਵਿੱਚ ਉਡੀਕਦੇ ਪਾਰ ਹੋ ਗਏ। ਅੰਬਰਸਰ ਨਨਕਾਣਾ ਤੇ ਲਾਹੌਰ ਦਿੱਲੀ, ਸਾਡੇ ਜਿਉਂਦਿਆਂ ਵਕ ਸੰਸਾਰ ਹੋ ਗਏ। ਕਈ ਮੰਦਰ ਮਸੀਤਾਂ ਤੇ ਗੁਰਦੁਆਰੇ, ਖੂਹ ਖੋਲੀਆਂ ਵਾਂਗ ਬੇਕਾਰ ਹੋ ਗਏ। ਇਕੱਠੇ ਰਹੇ ਮਨਾਉਂਦੇ ਈਦ ਲੋਹੜੀ, ਸਾਡੇ ਵੱਖਰੇ ਸਭ ਤਿਉਹਾਰ ਹੋ ਗਏ। ਕਿਉਂ ਕਿਸੇ ਦੇ ਨਾਲ ਅਸੀਂ ਗਿਲਾ ਕਰੀਏ, ਸਾਡੇ ਸਮੇਂ ਤੇ ਲੇਖ ਸਵਾਰ ਹੋ ਗਏ। ਸ਼ਾਲਾ ਵਸਦੇ ਰਹਿਣ ਪੰਜਾਬ ਸਾਡੇ, ਅੱਗੇ ਰੱਬ ਦੇ ਅਰਜ਼ ਗੁਜ਼ਾਰ ਹੋ ਗਏ। ਜਿਉਂਦੇ ਰਹੇ ਮੁਸਾਫਰਾ ਵੇਖ ਲਾਂਗੇ, ਸਾਡੇ ਸਾਂਝੜੇ ਜਦੋਂ ਵਿਚਾਰ ਹੋ ਗਏ, ਸਾਡੇ ਸਾਂਝੜੇ ਜਦੋਂ ਵਿਚਾਰ ਹੋ ਗਏ। अस्सलाम वालेकुम, सत श्री अकाल, प्रणाम जी ਦੋਸਤੋ। 1947 ਦੀ ਵੰਡ ਨੂੰ 73 ਵਰ੍ਹੇ ਹੋ ਗਏ ਆ, ਲੇਕਿਨ ਜੋ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵਾਲੀ ਸਾਈਡ 'ਤੇ ਗਿਆ, ਜਾਂ ਜੋ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵਾਲੀ ਸਾਈਡ ਨੂੰ ਆਇਆ, ਉਹਨਾਂ ਦੇ ਦਿਮਾਗਾਂ 'ਚੋਂ ਦਿਲਾਂ 'ਚੋਂ ਉਹਨਾਂ ਦੇ ਪਿੰਡ ਨਹੀਂ ਨਿਕਲ ਸਕੇ। ਔਰ ਬਹੁਤ ਸਾਰੇ ਲੋਕ ਤਾਂ ਆਪਣੇ ਪਿੰਡ ਦੇਖਣ ਦੀ ਤਾਂਘ ਲੈ ਕੇ ਇਸ ਦੁਨੀਆ ਤੋਂ ਚਲੇ ਗਏ। ਔਰ ਇਹ ਤਾਂਘ ਨਾ ਸਿਰਫ ਉਹਨਾਂ ਤੱਕ ਰਹੀ ਹੈ, ਬਲਕਿ ਜਿਹੜੀ ਉਹਨਾਂ ਨਵੀਂ ਪੌਦ ਜਿਹੜੀ ਉਹਨਾਂ ਦੀ ਨੌਜਵਾਨ ਨਸਲ ਹੈ ਜੀ, ਉਹਨਾਂ ਨੂੰ ਵੀ ਇਹ ਤਾਂਘ ਬਹੁਤ ਜ਼ਿਆਦਾ ਆ ਕਿ ਅਸੀਂ ਆਪਣੇ ਬਜ਼ੁਰਗਾਂ ਦਾ ਉਹ ਪਿੰਡ ਦੇਖਣਾ ਆ ਜਿਹਨੂੰ ਉਹ ਯਾਦ ਕਰਦੇ, ਜਿਹਨੂੰ ਤਰਸਦੇ ਇਸ ਦੁਨੀਆ ਤੋਂ ਚਲੇ ਗਏ। ਇਸੇ ਸਿਲਸਿਲੇ ਵਿੱਚ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਚੱਕ ਨੰਬਰ 93 ਜੀਂਬੇ ਪੱਕਾ ਅੰਨਾ, ਜਿਹੜਾ ਕਿ ਤਹਿਸੀਲ ਗੋਜਰਾ ਦਾ ਇੱਕ ਪਿੰਡ ਹੈ, ਉਸ ਵਿੱਚ ਆਈ ਹੈ ਜੀ। ਇਸ ਤੋਂ ਅੱਗੇ ਫਿਰ ਫੈਸਲਾਬਾਦ ਦਾ ਏਰੀਆ ਸ਼ੁਰੂ ਹੋ ਜਾਂਦਾ, ਲਾਇਲਪੁਰ ਦਾ। ਇੱਥੇ ਸਾਡੇ ਵੀਰ ਕਰਮਵੀਰ ਸਿੰਘ ਹੋਣਾ ਦੇ ਕਹਿਣ 'ਤੇ ਅਸੀਂ ਇਸ ਪਿੰਡ ਦੇ ਵਿੱਚ ਉਹਨਾਂ ਨੂੰ, ਉਹਨਾਂ ਦੇ ਨਾਨਕਿਆਂ ਦਾ ਪਿੰਡ ਹੈ ਉਹ ਅਸੀਂ ਦਿਖਾਉਣਾ ਆ। ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪਿੰਡ ਬਹੁਤ ਅੱਛਾ ਲੱਗੇਗਾ, ਬਹੁਤ ਖੂਬਸੂਰਤ ਪਿੰਡ ਆ। ਔਰ ਅਸੀਂ ਤੁਹਾਨੂੰ ਦੱਸਦੇ ਜਾਂਦੇ ਹਾਂ ਜੀ ਕਿ ਅਗਰ ਕਿਸੇ ਹੋਰ ਵੀ ਸਾਡੇ ਦੋਸਤ ਨੇ ਆਪਣਾ ਪਿੰਡ, ਆਪਣੇ ਬਡਾਰੂਆਂ ਦਾ ਪਿੰਡ ਦੇਖਣਾ ਹੋਵੇ ਤਾਂ ਸਾਡੇ ਦਿੱਤੇ ਹੋਏ ਨੰਬਰ 'ਤੇ ਸਾਡੇ ਨਾਲ ਰਾਬਤਾ ਕਰਕੇ ਆਪਣੇ ਪਿੰਡ ਨੂੰ ਦੇਖ ਸਕਦੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਪਿੰਡ ਦੀ ਵੀਡੀਓ ਬਣਾ ਕੇ ਅੱਛੇ ਤਰੀਕੇ ਦੇ ਨਾਲ ਆਪਣੇ YouTube ਚੈਨਲ ਇੱਕ ਪਿੰਡ ਪੰਜਾਬ ਦਾ 'ਤੇ ਅਪਲੋਡ ਕਰੀਏ। ਗੱਲ ਕਰਦੇ ਹਾਂ 93 ਚੱਕ ਪੱਕਾ ਅੰਨਾ ਦੀ, ਜਿੱਥੋਂ ਜ਼ੈਲਦਾਰ ਗੰਡਾ ਸਿੰਘ ਗਿੱਲ ਔਰ ਉਹਨਾਂ ਦੇ ਭਾਈ ਦਵਿੰਦਰ ਸਿੰਘ ਗਿੱਲ ਜਿਹੜੇ ਉੱਠ ਕੇ ਗਏ ਸੀਗੇ ਜੀ। ਜ਼ੈਲਦਾਰ ਗੰਡਾ ਸਿੰਘ ਗਿੱਲ, ਉਹਨਾਂ ਦੇ 4 ਬੱਚੇ ਸੀ, 2 ਬੱਚੀਆਂ ਸੀ, ਜਾਣੀ ਕਿ 4 ਬੇਟੇ ਸੀ, 2 ਬੇਟੀਆਂ ਸੀ, ਜਿਨ੍ਹਾਂ 'ਚੋਂ ਬੜੇ ਬੇਟੇ ਦਾ ਨਾਂ ਅਮਰ ਸਿੰਘ ਗਿੱਲ ਸੀ, ਉਸ ਤੋਂ ਛੋਟੇ ਨਾਂ ਮੇਵਾ ਸਿੰਘ ਗਿੱਲ ਸੀ, ਤੀਸਰੇ ਨੰਬਰ ਵਾਲੇ ਨਾਂ ਗੁਰਦੇਵ ਸਿੰਘ ਗਿੱਲ ਸੀ, ਚੌਥੇ ਨੰਬਰ ਵਾਲੇ ਬੇਟੇ ਦਾ ਨਾਂ ਗੁਰਬਚਨ ਸਿੰਘ ਗਿੱਲ ਸੀ। ਜਿਹੜੀਆਂ 2 ਬੇਟੀਆਂ ਸੀ ਉਹਨਾਂ 'ਚੋਂ ਇੱਕ ਦਾ ਨਾਂ ਕੁਲਵੰਤ ਕੌਰ ਔਰ ਇੱਕ ਦਾ ਨਾਂ ਮਲਕੀਤ ਕੌਰ ਸੀ। ਗੁਰਦੇਵ ਸਿੰਘ ਗਿੱਲ ਅਤੇ ਕੁਲਵੰਤ ਕੌਰ ਬੈਂਸ ਹਜੇ ਵੀ ਇਸ ਦੁਨੀਆ 'ਤੇ ਆ, ਅੱਲਾਹ ਪਾਕ ਉਹਨਾਂ ਨੂੰ ਲੰਬੀ ਹਯਾਤੀ ਦੇਵੇ ਔਰ ਉਹ ਆਪਣਾ ਆ ਕੇ ਪਿੰਡ ਦੇਖਣ। ਕੁਲਵੰਤ ਕੌਰ ਬੈਂਸ ਉਹਨਾਂ ਦੀ ਸ਼ਾਦੀ ਵੈਂਸ ਜੱਟਾਂ ਦੇ ਵਿੱਚ ਹੋ ਗਈ ਸੀਗੀ, ਇਸ ਕਰਕੇ ਉਹਨਾਂ ਦੇ ਨਾਂ ਦੇ ਨਾਲ ਵੈਂਸ ਲੱਗਿਆ ਆ। ਇਹ ਜੀ 1947 ਤੋਂ ਪਹਿਲੇ ਜਦੋਂ 12 ਆਬਾਦ ਹੋਈਆਂ ਸੀ, ਲੁਧਿਆਣਾ ਦੇ ਪਿੰਡ ਗਿੱਲ ਵਿੱਚੋਂ ਉੱਠ ਕੇ 93 ਜੀਂਬੇ ਪੱਕਾ ਅੰਨਾ ਦੇ ਵਿੱਚ ਆ ਕੇ ਇਹਨਾਂ ਨੇ ਆਪਣਾ 12 ਆਬਾਦ ਕੀਤੀਆਂ ਸੀਗੀਆਂ। ਇਸ ਤੋਂ ਬਾਅਦ ਜਦੋਂ 1947 ਦੀ ਵੰਡ ਹੋ ਗਈ, ਉਜਾੜੇ ਪੈ ਗਏ, ਉਸ ਤੋਂ ਬਾਅਦ ਫਿਰ ਇਹ ਤਹਿਸੀਲੋ ਜ਼ਿਲ੍ਹਾ ਲੁਧਿਆਣਾ ਉਹਦੇ ਪਿੰਡ ਲਾਦੀਆਂ ਵਿੱਚ ਜਾ ਕੇ ਵਸ ਗਏ ਸੀਗੇ ਜੀ। ਮੇਵਾ ਸਿੰਘ ਗਿੱਲ ਲਾਇਲਪੁਰ ਕਾਲਜ ਦੇ ਵਿੱਚ ਉਹਨਾਂ ਨੇ ਤਾਲੀਮ ਹਾਸਲ ਕੀਤੀ ਸੀਗੀ। ਉਸ ਤੋਂ ਬਾਅਦ ਲਾਹੌਰ ਜਾ ਕੇ ਉਹਨਾਂ ਨੇ ਵਕਾਲਤ ਕੀਤੀ ਔਰ ਵਕਾਲਤ ਦੇ ਵਿੱਚ ਉਹਨਾਂ ਨੇ ਆਪਣਾ ਲੋਹਾ ਮਨਵਾਇਆ। ਜਦੋਂ ਪਾਰਟੀਸ਼ਨ ਹੋ ਗਈ ਸੀ, ਫਿਰ ਲੁਧਿਆਣਾ ਦੇ ਵਿੱਚ ਉਹ ਇੱਕ ਨਾਮੀ ਗ੍ਰਾਮੀ ਵਕੀਲ ਗਿਣੇ ਜਾਂਦੇ ਸੀ। ਉਸ ਤੋਂ ਇਲਾਵਾ ਜੀ ਉਹ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਸੀਗੇ। ਫਿਰ ਉਹਨਾਂ ਨੇ 1982 ਦੇ ਵਿੱਚ ਆਪਣੇ ਪਿੰਡ ਦਾ ਦੌਰਾ ਕੀਤਾ ਔਰ ਉੱਥੇ ਆਪਣੇ ਉਸ ਵਕਤ ਦੇ ਜਿਹੜੇ ਉਹਨਾਂ ਦੇ ਬਜ਼ੁਰਗਾਂ ਦੇ ਸਾਥੀ ਸੀਗੇ, ਅਲੀ ਸ਼ੇਰ ਚੌਕੀਦਾਰ, ਉਹਨਾਂ ਨੂੰ ਮਿਲੇ। ਔਰ ਗੋਮਾ ਦਾਈ ਜਿਹੜੇ ਕਿ ਉਸ ਪਿੰਡ ਦੇ ਵਿੱਚ ਉਸ ਵਕਤ ਵੀ ਰਹਿੰਦੇ ਹੁੰਦੇ ਸੀ, ਪਾਰਟੀਸ਼ਨ ਤੋਂ ਪਹਿਲੇ ਵੀ, ਉਹਨਾਂ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ।
ਇਹਨਾਂ ਦੀ ਜੀ ਹਵੇਲੀ 3 ਮੰਜ਼ਲਾ ਸੀਗੀ ਉਸ ਪਿੰਡ ਦੇ ਵਿੱਚ, ਔਰ ਬੜੀ ਹੀ ਸ਼ਾਨਦਾਰ ਹਵੇਲੀ ਗਿਣੀ ਜਾਂਦੀ ਸੀਗੀ, ਕਿਉਂਕਿ ਉਸ ਵਕਤ 3 ਮੰਜ਼ਲਾ ਹਵੇਲੀ ਜਿਹੜੀ ਬਣਾਉਣਾ ਹਰ ਬੰਦੇ ਦੇ ਵੱਸ ਦੀ ਰੋਗ ਨਹੀਂ ਸੀਗਾ। ਜ਼ਿਆਦਾਤਰ ਕੱਚੇ ਮਕਾਨ ਹੁੰਦੇ ਸੀ, ਪੱਕੇ ਮਕਾਨ ਅਗਰ ਕਿਸੇ ਦੇ ਹੁੰਦੇ ਸੀ ਤੇ ਉਹ ਵੀ 3 ਮੰਜ਼ਲਾ ਨਹੀਂ ਸੀ ਹੁੰਦੇ। ਇਸ ਕਰਕੇ ਇਹਨਾਂ ਦੀ ਹਵੇਲੀ ਜਿਹੜੀ ਦੂਰ ਦੂਰ ਤੱਕ ਜਿਹੜੀ ਉਹ ਲੋਕ ਦੇਖਣ ਆਉਂਦੇ ਹੁੰਦੇ ਸੀ ਇਸ ਹਵੇਲੀ ਨੂੰ। ਅਸੀਂ ਅੱਜ ਕੋਸ਼ਿਸ਼ ਕਰਨੀ ਆ ਜੀ ਕਿ ਇਸ ਪਿੰਡ ਦੇ ਵਿੱਚ, ਜਿਸ ਪਿੰਡ 'ਚੋਂ ਉਹ ਉੱਠ ਕੇ ਗਏ ਆ ਜੀ, 93 ਜੀਂਬੇ ਪੱਕਾ ਅੰਨਾ, ਇਹਦੀ ਤੁਹਾਨੂੰ ਅਸੀਂ ਸੈਰ ਕਰਾਉਣੀ ਆ। ਔਰ ਇਸ ਪਿੰਡ ਦੇ ਵਿੱਚ ਜੋ ਜੋ ਉਹਨਾਂ ਨੇ ਵੈਲਫੇਅਰ ਦੇ ਕੰਮ ਕੀਤੇ ਉਹ ਵੀ ਤੁਹਾਨੂੰ ਅਸੀਂ ਦਿਖਾਉਣੇ ਆ। ਔਰ ਉਹਨਾਂ ਦਾ ਜੋ ਪਿੰਡ ਦੇ ਵਿੱਚ ਘਰ ਸੀਗਾ ਜਿਹੜੀ ਜਗ੍ਹਾ 'ਤੇ, ਉਹ ਵੀ ਘਰ ਜਗ੍ਹਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਉੱਥੇ ਹੁਣ ਲੰਬੜਦਾਰ ਪਿੰਡ ਦੇ ਰਹਿੰਦੇ ਆ ਜੀ, ਬਹੁਤ ਅੱਛੇ ਬੰਦੇ ਆ ਜੀ ਉਹ ਵੀ, ਉਹਨਾਂ ਨੇ ਵੀ ਬੜੀ ਸਾਂਭ ਸੰਭਾਲ ਕੀਤੀ ਰੱਖੀ ਔਰ ਉਸ ਹਵੇਲੀ ਦੀ। ਲੇਕਿਨ ਵਕਤ ਦੀ, ਸਮੇਂ ਦੀ ਮਾਰ, ਮਕਾਨ ਢਾਹ ਕੇ ਦੁਬਾਰਾ ਪਾਉਣੇ ਪਏ। ਇਸ ਤੋਂ ਇਲਾਵਾ ਜੀ ਅਸੀਂ ਤੁਹਾਨੂੰ ਉਹਨਾਂ ਦਾ ਜਿਹੜਾ ਖੇਤ ਆ, ਉਹਨਾਂ ਦੇ ਖੇਤਾਂ ਦੇ ਵਿੱਚ ਲਾਏ ਹੋਏ ਉਹਨਾਂ ਦੇ ਬੂਟੇ ਮਾਲਟਿਆਂ ਦੇ, ਔਰ ਇੱਕ ਬੇਰੀ, ਪੈਂਦੀ ਬੇਰੀ ਜਿਹੜੀ ਆ ਜੀ, ਉਹ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਉਹਨੂੰ ਬੇਰ ਵੀ ਲੱਗਦੇ ਆ, ਲੇਕਿਨ ਉਹਦਾ ਜਿਹੜਾ ਤਣਾ ਆ ਉਹ ਸਮੇਂ ਦੀ ਮਾਰ ਦੇ ਨਾਲ ਉਹ ਕਾਫੀ, ਯਾਨੀ ਉਹ ਦੇਖਣ ਨੂੰ ਬੁੱਢੀ ਬੇਰੀ ਲੱਗਦੀ ਆ, ਪਰ ਇਹ ਆ ਕਿ ਅੱਜ ਵੀ ਉਹਨਾਂ ਦੀ ਨਿਸ਼ਾਨੀ ਉਸੇ ਤਰ੍ਹਾਂ ਉਹਨਾਂ ਦੇ ਡੇਰੇ 'ਤੇ ਕਾਇਮ ਆ। ਗੱਲ ਕਰਦੇ ਹਾਂ ਜੀ ਚੱਕ ਨੰਬਰ 93 ਜੀਂਬੇ ਪੱਕਾ ਅੰਨਾ ਦੀ, ਜਿਹੜਾ ਕਿ ਤਹਿਸੀਲ ਗੋਜਰਾ ਦਾ ਇਹ ਆਖਰੀ ਪਿੰਡ ਆ। ਉਸ ਤੋਂ ਬਾਅਦ ਲਾਇਲਪੁਰ, ਫੈਸਲਾਬਾਦ ਦੀ ਪੱਟੀ ਸ਼ੁਰੂ ਹੋ ਜਾਂਦੀ ਹੈ ਜੀ। ਇਹਦੇ ਨਜ਼ਦੀਕੀ ਪਿੰਡਾਂ ਦੇ ਵਿੱਚ ਨੱਬਾ ਠਰੂ, 91 ਜੀਂਬੇ, 92 ਜੀਂਬੇ, 94 ਜੀਂਬੇ, 281 ਰੇਵੇ, ਢੀਂਡੇ, ਇਹਨਾਂ ਨੂੰ ਕਾਸੀ ਢੀਂਡੇ ਵੀ ਕਹਿੰਦੇ ਆ ਜੀ। ਇਹ ਫੈਸਲਾਬਾਦ ਦੇ ਵਿੱਚ ਪੈਂਦਾ ਜੀ ਪਿੰਡ। ਇਹਨਾਂ ਦੀ ਯੂਨੀਅਨ ਕੌਂਸਲ ਨੰਬਰ 4 ਆ ਜੀ। ਅਤੇ ਜਿਹੜੇ ਬਾਕੀ ਲੱਗਦੇ ਪਿੰਡ ਆ ਉਹਨਾਂ ਦੇ ਵਿੱਚ ਗੋਖੋਵਾਲ 276 ਰੇਵੇ, 278 ਭਲੇਰਾਂ, 277 ਸੀਤਲਾਂ ਪਿੰਡ ਦੇ ਵਿੱਚੋਂ ਵੀ ਸਾਡੇ ਬਹੁਤ ਸਾਰੇ ਸਿੱਖ, ਬੜੇ ਤਕੜੇ ਸਿੱਖ ਇਸ ਪਿੰਡਾਂ 'ਚੋਂ ਉੱਠ ਕੇ ਗਏ ਆ ਜੀ। ਔਰ ਸਾਨੂੰ ਬੜੀਆਂ ਰਿਕੁਐਸਟਾਂ ਆਉਂਦੀਆਂ ਕਿ ਸਾਡੇ ਇਸ ਪਿੰਡ ਦੀ ਵੀ ਵੀਡੀਓ ਬਣਾਵੋ। ਇਨਸ਼ਾਅੱਲਾ ਟਾਈਮ ਕੱਢ ਕੇ ਜੀ ਉਸ ਪਿੰਡ ਦੀ ਵੀ ਵੀਡੀਓ ਬਣਾਵਾਂਗੇ। 281 ਔਰ ਗੋਖੋਵਾਲ ਜਿਹੜੇ ਆ ਜੀ, ਇਹ ਦੋਨੋਂ ਪਿੰਡ ਬਸ਼ਿੰਦੇ ਲੋਕਾਂ ਦੇ ਪਿੰਡ ਆ ਜੀ। 93 ਜੀਂਬੇ ਪੱਕਾ ਇਹਨਾਂ ਦਾ ਜੀ ਗੋਜਰੇ ਤੋਂ ਤਕਰੀਬਨ ਕੋਈ 17 ਕਿਲੋਮੀਟਰ ਦਾ ਫਾਸਲਾ ਜੀ, ਅਤੇ ਲਗਭਗ 20,000 ਦੀ ਆਬਾਦੀ ਦੇ ਇਸ ਪਿੰਡ ਦੇ ਵਿੱਚ ਵੋਟਰਾਂ ਦੀ ਤਾਦਾਦ ਤਕਰੀਬਨ 4,000 ਹੈ ਜੀ। ਬਹੁਤ ਹੀ ਖੂਬਸੂਰਤ ਪਿੰਡ ਆ ਜੀ, ਦੇਖਣ ਨੂੰ ਬਹੁਤ ਸੋਹਣਾ ਲੱਗਦਾ, ਕਿਉਂਕਿ ਇਹਦੀਆਂ ਗਲੀਆਂ ਔਰ ਬਾਜ਼ਾਰ ਬਹੁਤ ਸਾਫ਼ ਸੁਥਰੇ ਔਰ ਖੁੱਲ੍ਹੇ ਆ ਜੀ। ਅਕਸਰੀਅਤ ਜੱਟ ਬਰਾਦਰੀ ਦੀ ਆ ਜੀ। ਇਸ ਤੋਂ ਇਲਾਵਾ ਗੁੱਜਰ, ਅਰਾਈ, ਰਾਜਪੂਤ ਇਸ ਪਿੰਡ ਦੇ ਵਿੱਚ ਵਸਦੇ ਆ ਜੀ। ਗੈਰ ਕਾਸ਼ਤਕਾਰ ਬਰਾਦਰੀਆਂ ਵਿੱਚ ਜੁਲਾਹੇ, ਮੋਚੀ, ਲੋਹਾਰ, ਮੀਰ ਆਲਮ ਆਬਾਦ ਆ ਜੀ। ਜ਼ਿਆਦਾਤਰ ਗਿੱਲ ਜੱਟ ਨੇ ਜੀ। ਇਸ ਤੋਂ ਇਲਾਵਾ ਬਰਿਆਰ, ਧਨੇਸਰ, ਬੁੱਟਰ, ਗੁਰਮਾਣੀ ਇਸ ਪਿੰਡ ਦੇ ਵਿੱਚ ਇਸ ਗੋਤਾਂ ਦੇ ਲੋਕ ਜਿਹੜੇ ਬੈਠੇ ਆ ਜੀ। ਔਰ ਜੀ ਲੁਧਿਆਣਾ ਦੇ ਹੀ 2 ਪਿੰਡਾਂ ਦੇ ਵਿੱਚੋਂ ਆ ਕੇ ਬੈਠੇ ਆ, ਜਿਹਨਾਂ ਵਿੱਚ ਇੱਕ ਜੁਗਿਆਣਾ ਔਰ ਇੱਕ ਮਿਹਰਬਾਨ। ਇਹ 2 ਪਿੰਡਾਂ ਦੇ ਲੋਕ ਆ ਕੇ ਇਸ ਪਿੰਡ ਦੇ ਵਿੱਚ ਬੈਠੇ ਆ ਜੀ, ਆਬਾਦ ਨੇ ਜੀ। ਕੁਛ ਲੋਕ ਜਿਹੜੇ ਪਹਿਲੇ ਵੀ ਰਹਿੰਦੇ ਸੀ, ਜਿਹੜੇ ਜਿਹਨਾਂ ਨੂੰ ਆਪਾਂ ਬਛਿੰਦੇ ਕਹਿ ਲੈਂਦੇ, ਉਹ ਵੀ ਇਸ ਪਿੰਡ ਦੇ ਵਿੱਚ ਬੈਠੇ ਆ ਜੀ। ਇਸ ਪਿੰਡ ਨੂੰ ਜੀ ਇਹਦੀ ਖੂਬਸੂਰਤੀ ਔਰ ਇਹਦੀ ਮੈਨੇਜਮੈਂਟ ਦੇ ਲਿਹਾਜ਼ ਦੇ ਨਾਲ ਮਸਾਲੀ ਪਿੰਡ ਦਾ ਦਰਜਾ ਮਿਲ ਚੁੱਕਿਆ ਜੀ। ਇਸ ਪਿੰਡ ਦੇ ਵਿੱਚ ਪਾਣੀ, ਬਿਜਲੀ, ਫੋਨ, ਗੈਸ, ਡਿਸਪੈਂਸਰੀ, ਬੈਂਕ, ਡੰਗਰਾਂ ਦਾ ਹਸਪਤਾਲ, ਡਾਕਖਾਨਾ ਔਰ ਯੂਨੀਅਨ ਕੌਂਸਲ ਦੇ ਦਫ਼ਤਰ ਮੌਜੂਦ ਨੇ ਜੀ। ਪੂਰੇ ਪਿੰਡ ਦੇ ਲੋਕ ਬਹੁਤ ਹੀ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਜੀ। ਔਰ ਇੱਕ ਬਹੁਤ ਜਿਹੜੀ ਯੂਨੀਕ ਗੱਲ ਹੈ ਜੀ, ਮੁਨਫਰਦ ਮਿਸਾਲ, ਉਹ ਤੁਹਾਨੂੰ ਦੇਖਣ ਨੂੰ ਬਹੁਤ ਘੱਟ ਮਿਲੇਗੀ ਕਿ ਮੌਜੂਦਾ ਟਾਈਮ ਤੱਕ ਕੋਈ ਵੀ ਕਿਸੇ ਵੀ ਕਿਸਮ ਦਾ ਥਾਣੇ ਦੇ ਵਿੱਚ ਇਸ ਪਿੰਡ ਦਾ ਕੋਈ ਕੇਸ ਨਹੀਂ ਹੈਗਾ ਜੀ। ਔਰ ਮੈਂ ਸਮਝਦਾ ਕਿ ਅੱਜ ਦੇ ਦੌਰ ਦੇ ਵਿੱਚ ਕੋਈ ਵੀ ਪਿੰਡ ਐਸਾ ਨਹੀਂ ਹੋਣਾ ਜਿਹਦੇ ਥਾਣੇ ਕਚਹਿਰੀਆਂ ਦੇ ਵਿੱਚ ਕੇਸ ਨਾ ਲੱਗੇ ਹੋਣ। ਲੇਕਿਨ ਇਸ ਪਿੰਡ ਦੇ, ਇਸ ਪੁਰਅਮਨ ਪਿੰਡ ਦੇ ਵਿੱਚ ਕੋਈ ਵੀ ਐਸਾ ਕੇਸ ਨਹੀਂ ਹੈਗਾ ਜਿਹਨੂੰ ਭੁਗਤਣ ਲਈ ਥਾਣੇ ਕਚਹਿਰੀ ਜਾਣਾ ਪਵੇ। ਦੱਸਦੇ ਜਾਂਦੇ ਜੀ ਇੱਕ ਬਹੁਤ ਖਾਸ ਗੱਲ ਕਿ ਜਿਹੜਾ ਡਾਕਖਾਨਾ, ਪੋਸਟ ਆਫਿਸ, ਡੰਗਰਾਂ ਦਾ ਹਸਪਤਾਲ, ਰੇਲਵੇ ਸਟੇਸ਼ਨ ਔਰ ਗੈਰ ਕਾਸ਼ਤਕਾਰ ਲੋਕਾਂ ਨੂੰ ਜਿਹੜਾ ਇੱਕ ਪੂਰਾ ਮੁਹੱਲਾ ਦਿੱਤਾ ਸੀਗਾ, ਉਹ ਜ਼ੈਲਦਾਰ ਗੰਡਾ ਸਿੰਘ ਹੁਣਾਂ ਨੇ ਦਿੱਤਾ ਸੀਗਾ ਜੀ। ਅਸੀਂ ਇਹਨਾਂ ਨੂੰ ਪੱਕਾ ਅੰਨਾ ਸਟੇਸ਼ਨ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿੱਥੇ ਅੱਜ ਵੀ ਟ੍ਰੇਨਾਂ ਲੰਘਦੀਆਂ ਔਰ ਉੱਥੋਂ ਮੁਸਾਫਰ ਚੜ੍ਹਦੇ ਉਤਰਦੇ ਆ ਜੀ। ਔਰ ਉਸ ਤੋਂ ਇਲਾਵਾ ਉਹ ਸਕੂਲ ਵੀ ਦਿਖਾਵਾਂਗੇ ਜਿੱਥੇ ਜ਼ੈਲਦਾਰ ਗੰਡਾ ਸਿੰਘ ਹੁਣਾਂ ਦੇ ਪਰਿਵਾਰ ਨੇ ਤਾਲੀਮ ਹਾਸਲ ਕੀਤੀ ਸੀ। ਬਹੁਤ ਹੀ ਖੂਬਸੂਰਤ ਸਕੂਲ ਆ ਜੀ। ਬਾਕੀ ਤੁਸੀਂ ਵੀਡੀਓ ਦੇ ਵਿੱਚ ਇਹ ਸਾਰਾ ਕੁਝ ਦੇਖ ਸਕਦੇ ਹੋ ਜੀ। ਜਿਹੜਾ ਕਿ ਚੱਕ ਨੰਬਰ 93 ਜੀਂਬੇ ਪੱਕੇ ਅੰਨੇ ਦੇ ਵਿੱਚ ਆ, ਉਹਨਾਂ ਦੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਹਸਪਤਾਲ, ਗੰਡਾ ਸਿੰਘ ਗਿੱਲ ਹੋਣਾ ਦੀ ਜ਼ਮੀਨ ਦੇ ਵਿੱਚ ਇਹ ਹਸਪਤਾਲ ਉਹਨਾਂ ਨੇ ਆਪਣੀ ਜ਼ਮੀਨ 'ਚ ਬਣਾਇਆ ਸੀਗਾ। ਬਹੁਤ ਪਿਆਰਾ ਹਸਪਤਾਲ ਹੈ। ਇਹ ਇੱਕ ਬੋਰਡ ਦਾ ਦਰਖਤ ਆ, ਇਹ ਵੀ ਮੇਰਾ ਖਿਆਲ ਆ ਕੋਈ ਪੁਰਾਣਾ ਹੀ ਲੱਗਦਾ ਜੀ, ਇਹ ਵੀ ਪੁਰਾਣਾ ਹੀ ਆ।
ਬਹੁਤ ਬਹੁਤ ਪੁਰਾਣੀਆਂ ਟਾਹਲੀਆਂ ਵੀ ਹੈਗੀਆਂ ਸੁੱਕੀਆਂ ਨਜ਼ਰ ਆ ਰਹੀਆਂ ਤੁਹਾਨੂੰ। ਇਹ ਤੁਹਾਨੂੰ ਅਸੀਂ ਵਿਊ ਦਿਖਾਉਂਦੇ ਹਾਂ ਜੀ ਇਹਦਾ। ਅੱਜ ਛੁੱਟੀ ਕਰਕੇ ਨਾ ਤਾਲਾ ਲੱਗਾ ਆ, ਲਿਹਾਜ਼ਾ ਬਾਹਰੋਂ ਬਾਹਰ ਹੀ ਤੁਹਾਨੂੰ ਦਿਖਾ ਸਕਦੇ ਹਾਂ। ਇਹ ਹੈ ਜੀ ਡੰਗਰਾਂ ਦਾ ਹੌਸਪੀਟਲ ਜਿਹੜਾ ਕਿ ਤੁਹਾਨੂੰ ਨਜ਼ਰ ਆ। ਕਾਫੀ ਖੁੱਲੀ ਜਗ੍ਹਾ ਆ ਜੀ, ਮੇਰੇ ਖਿਆਲ ਸ਼ਾਇਦ ਕਮੋਬੇਸ਼ 4-5 ਕਿੱਲੇ ਦਾ ਰਕਬਾ ਹੋਵੇ। ਤੇ ਇਹ ਪੱਕੇ ਨੇ ਪੱਕੇ ਨੇ ਦਾ ਜੀ ਹਸਪਤਾਲ ਆ ਡੰਗਰਾਂ ਦਾ। ਦੇਖੋ ਉਸ ਵਕਤ ਵੀ ਇਹਨਾਂ ਲੋਕਾਂ ਨੂੰ ਕਿੰਨੀ ਫਿਕਰ ਸੀ ਕਿ ਜਿਹੜੇ ਕਿੰਨੇ ਸੋਸ਼ਲ ਲੋਕ ਸੀ, ਕਿੰਨੇ ਵੈਲਫੇਅਰ ਕਰਦੇ ਸੀ ਕਿ ਇਹ ਲੋਕ ਆਉਣ ਵਾਲੇ ਵਕਤ ਦੇ ਵਿੱਚ ਦੇਖ ਲਓ ਹੁਣ ਸਾਡੇ ਚੀਜ਼ਾਂ ਕੰਮ ਆ ਰਹੀਆਂ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ। ਲੇਕਿਨ ਉਹਨਾਂ ਨੇ ਕਿੰਨੀ ਦੂਰ ਦੀ ਸੋਚੀ ਸੀ ਕਿ ਸਾਡੇ ਜਿਹੜੇ ਕੋਈ ਡੰਗਰ ਬਿਮਾਰ ਹੁੰਦੇ ਉਹਨਾਂ ਲਈ ਪਰੇਸ਼ਾਨੀ ਨਾ ਬਣੇ, ਕਿਉਂਕਿ ਫਾਸਲਾ ਜਿਹੜਾ ਗੋਜਰੇ ਸ਼ਹਿਰ ਦਾ ਇੱਥੋਂ ਕਾਫੀ ਆ, ਮੇਰੇ ਕੋਲ 12-14-15 ਕਿਲੋਮੀਟਰ ਹੋਏਗਾ, ਜ਼ਿਆਦਾ ਹੋ ਸਕਦਾ। 15 ਕਿਲੋਮੀਟਰ ਦੇ ਫਾਸਲੇ 'ਤੇ ਹੈ ਜੀ ਗੋਜਰਾ ਸ਼ਹਿਰ। ਇਸ ਕਰਕੇ ਇਹਨਾਂ ਨੇ ਆਪਣਾ ਜਿਹੜਾ ਡੰਗਰਾਂ ਦਾ ਹਸਪਤਾਲ ਇੱਥੇ ਹੀ ਬਣਾਇਆ ਸੀਗਾ ਜੀ। ਇਹ ਸਾਡੇ ਜੀ ਪੋਸਟ ਆਫਿਸ ਆ ਪਾਕਿਸਤਾਨ ਬਣਨੇ ਤੋਂ, ਹਿੰਦੁਸਤਾਨ ਤੋਂ ਪਹਿਲਾਂ ਦਾ, ਜਦੋਂ ਪਾਰਟੀਸ਼ਨ ਤੋਂ ਪਹਿਲਾਂ ਦਾ। ਜ਼ੈਲਦਾਰ ਸਾਹਿਬ ਦੇ ਨਾਲ ਹੀ ਇਹ ਘਰ ਸੀ ਉਹਨਾਂ ਦਾ, ਉਹਦੇ ਨਾਲ ਹੀ ਬਣਾਇਆ ਸੀ। ਅੱਛਾ ਜੀ। ਪੋਸਟ ਪੂਰੇ ਇਸ ਹਲਕੇ 'ਚ ਪੂਰੀ ਤਹਿਸੀਲ ਦਾ ਵੱਡਾ ਸਭ ਤੋਂ ਪੋਸਟ ਮਾਸਟਰ ਇੱਥੇ ਬਹਿੰਦਾ ਸੀ। ਤੇ ਡਾਕ ਦਾ ਸਿਸਟਮ ਸਾਰਾ ਇਸ ਇਲਾਕੇ ਦਾ ਸਭ ਤੋਂ ਵੱਡਾ ਪੋਸਟ ਆਫਿਸ ਸੀ। ਸਹੀ। ਇਹ ਪੁਰਾਣਾ ਹੀ ਹੈ, ਪਾਕਿਸਤਾਨ ਬਣਨੇ ਤੋਂ ਪਹਿਲਾਂ ਦਾ ਹੀ ਹੈ। ਬਲਕਿ ਜ਼ੈਲਦਾਰ ਸਾਹਿਬ ਨੇ ਖੁਦ ਆਪਣੇ ਉਹਨਾਂ ਨੇ ਬਣਾਇਆ ਸੀ, ਉਹਨਾਂ ਨੇ ਜਗ੍ਹਾ ਦਿੱਤੀ ਸੀ ਲੈ ਕੇ। ਇਹ ਇਸ ਟਾਈਮ ਵਫਾਕੀ ਮਹਿਕਮੇ ਦੇ ਅੰਦਰ ਹੈ ਇੱਥੋਂ। ਅੱਛਾ ਜੀ। ਹਾਂਜੀ, ਇਹ ਜਗ੍ਹਾ ਵੀ ਉਹਨਾਂ ਦੀ ਆਪਣੀ ਦਿੱਤੀ ਹੋਈ ਹੈ, ਸਾਰੇ ਪਿੰਡ ਦੀ ਸਾਂਝੀ ਜਗ੍ਹਾ ਹੈ। ਇਹ ਉਰਦੂ 'ਚ ਲਿਖਿਆ ਜੀ ਪੋਸਟ ਆਫਿਸ ਪਕਾਨਾ, ਯੂਟਿਲਿਟੀ ਬਿਲਸ ਕਲੈਕਸ਼ਨ, ਬਿਜਲੀ ਸੂਈ ਗੈਸ ਤੇ ਟੈਲੀਫੋਨ ਦੇ ਬਿੱਲ ਇੱਥੇ ਲੈਂਦੇ ਆ ਜੀ। ਰਜਿਸਟਰੀ, ਪਾਰਸਲ ਬੁਕਿੰਗ, ਇਹ ਰਜਿਸਟਰੀਆਂ ਜਿਹੜੀਆਂ ਉਹ ਵੀ ਮਤਲਬ ਕਰਦੇ ਆ, ਪਾਰਸਲ ਜਿਹੜੇ ਬੁਕਿੰਗ ਕਰਦੇ। ਮਿਲਟਰੀ ਪੈਨਸ਼ਨ ਦੀ ਅਦਾਇਗੀ ਵੀ ਹੁੰਦੀ ਆ, ਮਨੀ ਆਰਡਰ ਅਜਰਾ ਵੀ ਆ, ਤੇ ਸੇਵਿੰਗ ਬੈਂਕ ਵੀ ਆ ਜੀ। ਇਹ ਜਿਹੜੀ ਬਿਲਡਿੰਗ ਹੈ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਹੈ। ਇਹ ਕੁਝ ਸੁਣਨੇ 'ਚ ਸਾਡੇ ਬਜ਼ੁਰਗ, ਸਾਡਾ ਹੀ ਘਰ ਸੀ, ਸਾਡੇ ਜਿਹੜੇ ਚੇਅਰਮੈਨ ਸ਼ਬੀਰ ਸਾਹਿਬ ਇਹ ਦੱਸਦੇ ਹੁੰਦੇ ਸੀ ਕੋਈ ਫੌਜ 'ਚੋਂ ਆਰਮੀ 'ਚੋਂ ਰਿਟਾਇਰ ਹੋਇਆ ਸੀ ਜਦੋਂ ਬਣੇ ਸੀ ਮਕਾਨ ਇਹ। ਬੱਲੇ ਬੱਲੇ ਬੱਲੇ। ਇਹ ਪੂਰੇ ਪਿੰਡ 'ਚ ਬੜੀਆਂ ਵੱਡੀਆਂ ਚੌੜੀਆਂ ਕੰਧਾਂ ਜੀ, ਮੇਰੇ ਖਿਆਲ 18 ਦੀਆਂ ਹੋਣੀਆਂ ਜੀ ਕਮੋਬੇਸ਼। ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਬਾਹਰ ਦੇ ਹੀ ਬਿਲਡਿੰਗ ਆ ਹੁਣ ਜਿਹੜੀ ਬਚੀ ਹੈ, ਬਾਕੀ ਸਾਰੀਆਂ ਆਣੀਆਂ ਨਾ ਮਤਲਬ ਨਵੇਂ ਘਰ ਬਣ ਚੁੱਕੇ ਆ। ਕੈਪਟਨ ਸੀ ਰਿਟਾਇਰ, ਸੁਣਿਆ ਜੋ ਫੌਜ ਅਫਸਰ ਸੀ ਆਪਣੇ, ਜਿਹੜੇ ਕੋਈ ਗਿੱਲ ਸੀ ਇਹ ਦੱਸਦੇ ਆ ਜੀ ਕਿ ਕੈਪਟਨ ਸੀਗੇ ਰਿਟਾਇਰਡ ਗਿੱਲ ਸਾਹਿਬ, ਜਿਨ੍ਹਾਂ ਨੇ ਇਹ ਮਕਾਨ ਉਸ ਵਕਤ ਪੱਕੇ ਬਣਾਏ ਸੀ। ਤੇ ਦੂਸਰੇ ਪੱਕੇ ਮਕਾਨ ਜਿਹੜੇ ਜ਼ੈਲਦਾਰਾਂ ਦੇ ਸੀਗੇ ਉਹ ਵੀ ਤੁਹਾਨੂੰ ਦਿਖਾਣੇ ਆ ਜੀ। ਅੱਛਾ, ਇੱਥੋਂ ਸ਼ੁਰੂ ਹੁੰਦਾ ਸੀ ਇਹਨਾਂ ਦੇ ਘਰ? ਹਾਂਜੀ, ਇਹ ਸ਼ੁਰੂ ਹੁੰਦਾ ਸੀ। ਇਹ ਜ਼ੈਲਦਾਰ ਸਾਹਿਬ ਦਾ ਚਵਾਰਾ ਹੁੰਦਾ 3 ਮੰਜ਼ਲਾ ਜਿਹੜਾ। ਹਾਂ। ਇਹ ਉਦੋਂ ਬਿਲਡਿੰਗ ਜਿਹੜੀ ਬੜੀ ਸਾਰੇ ਇਲਾਕੇ ਤੋਂ 1 ਨੰਬਰ ਵੱਡੀ ਇਹ ਬਿਲਡਿੰਗ ਸੀ। ਵੱਡੀ ਬਿਲਡਿੰਗ ਇਹ ਸੀਗੀ। ਇਹ ਹੁਣ ਗਰਾ ਕੇ ਬਾਅਦ ਦੇ ਵਿੱਚ ਹੁਣ ਨਵੀਂ ਚ ਬਣਾਈ ਜਿਹਨੇ ਜਿਹੜੇ ਇੱਥੇ ਰਹੇ ਸੀ। ਅੱਛਾ। ਇਹ ਉਸ ਤੋਂ ਬਾਅਦ ਸਲਮਾਨ ਗਿੱਲ ਸੀ ਜਿਹੜੇ ਐਡਵੋਕੇਟ ਸਾਡੇ ਹਿੰਦੁਸਤਾਨ ਦੇ। ਅੱਛਾ ਜੀ। ਉਹਨਾਂ ਨੂੰ ਅਲਾਟ ਹੋਈ ਸੀ ਇਹ ਉਹਨਾਂ ਨੂੰ ਅਲਾਟ ਹੋਈ ਸੀ। ਇਹ ਜਿਹੜਾ ਹੁਣ ਘਰ ਦੁਬਾਰਾ ਬਣਿਆ ਇਹ ਜ਼ੈਲਦਾਰ ਉਹਨਾਂ ਦਾ ਘਰ। ਜ਼ੈਲਦਾਰ ਉਹਨਾਂ ਦਾ ਜ਼ਾਤੀ ਜਿਹੜਾ ਘਰ ਪੁਰਾਣਾ ਜ਼ਾਤੀ ਘਰ ਸੀ ਜਿਹੜਾ ਪੁਰਾਣਾ। ਦੇਖੋ ਜੀ ਹਲੇ ਵੀ ਚਲੋ ਢਾਹ ਕੇ ਬਣਾਇਆ, ਲੇਕਿਨ ਉਸ ਵਕਤ ਵੀ ਬਹੁਤ ਵਧੀਆ ਘਰ ਬਣਿਆ ਸੀਗਾ। ਇਹ ਤੁਹਾਨੂੰ ਘਰ ਦਿਖਾਣੇ ਆ ਜੀ। ਤੁਹਾਨੂੰ ਜੀ ਕੋਈ ਸਾਰੇ ਆਪਸ਼ਨ ਨਹੀਂ ਖਿਆਲ। ਇਹ ਜਿਹੜਾ ਜ਼ੈਲਦਾਰ ਉਹਨਾਂ ਦਾ ਘਰ ਸੀਗਾ ਜੀ। ਬੜੀ ਖੁੱਲੀ ਜਗ੍ਹਾ ਸੀ ਜੀ ਉਦੋਂ ਸੀਗੀ ਆਮ। ਇਹ ਵੀ ਪੱਕਾ ਹੀ ਬਣਿਆ ਸੀ 3 ਮੰਜ਼ਲਾ, ਜਿਹਨੂੰ ਗਲਾਫੀ ਇੱਟ ਕਹਿੰਦੇ। ਅੰਦਰੋਂ ਪੱਕੀ ਸੀ ਇੱਟ, ਬਾਹਰੋਂ ਕੱਚੀ ਸੀ। ਬੜੀ ਖੂਬਸੂਰਤ ਬਿਲਡਿੰਗ ਸੀ ਉਸ ਦੌਰ ਦੀ ਪਹਿਲਾਂ ਜਦੋਂ ਬਣੇ ਹੋਏ ਸੀ। ਫਿਰ ਗਿਰ ਗਿਆ, ਫਿਰ ਇਹ ਨਵੀਂ ਬਣਾਈ ਮਕਾਨ ਜਿਹਨੇ ਕੋਲ। ਇਹ ਸਾਡੇ ਪਿੰਡ ਦੇ ਨੰਬਰਦਾਰ ਸੀ ਸਲਮਾਨ ਵਕੀਲ ਐਡਵੋਕੇਟ, ਉਹਨਾਂ ਦੇ ਕੋਲ ਉਹਨਾਂ ਦੇ ਹੁਣ ਮਲਕੀਅਤ 'ਚ ਠੀਕ। ਬਹੁਤ ਵਧੀਆ ਘਰ ਸੀਗਾ ਜੀ ਉਸ ਵਕਤ, ਦੱਸਦੇ ਇਲਾਕੇ ਵਾਲੇ। ਅਤੇ ਇਹ ਦੂਰ ਦੂਰ ਤੱਕ ਇਹਨਾਂ ਦੀ ਮਸ਼ਹੂਰੀ ਸੀ ਇਸ ਘਰ ਦੀ, ਕਿਉਂਕਿ ਉਸ ਵਕਤ ਐਡੇ ਪੱਕੇ ਘਰ ਬਣਾਉਣ ਦਾ ਰਿਵਾਜ ਨਹੀਂ ਸੀ। 1 ਮੰਜ਼ਲਾ ਤੱਕ ਤਾਂ ਠੀਕ ਸੀ, ਲੇਕਿਨ ਇਹ ਕੋਈ ਤਕੜਾ ਬੰਦਾ ਜਿਹੜਾ ਸਰਮਾਏਦਾਰ ਬੰਦਾ ਸੀ ਉਹ ਹੀ ਬਣਾਉਂਦਾ ਹੁੰਦਾ ਸੀ ਜੀ। ਤੇ ਪੜਵੀ ਮਸਜਿਦ ਕੋਲ ਪੁਰਾਣਾ ਡਾਕਖਾਨੇ ਵਾਲਾ ਚੌਂਕ। ਇਹ ਹੈ ਜੀ ਡਾਕਖਾਨੇ ਵਾਲਾ ਚੌਕ। ਪਹਿਲੇ ਇੱਥੇ ਖਾਲਾ ਚੱਲਦਾ ਸੀ, ਪਹਿਲਾਂ ਪੌਦੇ ਲੱਗੇ ਹੁੰਦੇ ਜ਼ੈਲਦਾਰ ਦੇ ਬਾਜ਼ਾਰ। ਇਹ ਜਿਹੜਾ ਬਾਜ਼ਾਰ ਆ ਨਾ ਮੇਨ ਜ਼ੈਲਦਾਰ ਸਾਹਿਬ ਦਾ, ਸੁਣਦੇ ਸਾਡੇ ਬਜ਼ੁਰਗ ਦੱਸਦੇ ਵੀ ਇੱਥੇ ਜਦੋਂ ਆਏ ਆ ਨਾ ਪੌਦੇ ਲੱਗੇ ਹੁੰਦੇ ਸੀ। ਅੱਛਾ। ਖਾਲਾ ਚੱਲਦਾ ਸੀ ਪਾਣੀ ਵਾਲਾ। ਕੀ ਬਾਤ। ਬਲਕਿ ਡਿੱਗੀਆਂ ਬਣੀਆਂ ਸੀ। ਉਹ ਵੀ ਇਸੇ ਚੌਕ 'ਚ ਸੀ। ਉਹ ਹੈ ਸਾਹਮਣੇ ਉਹ ਅੱਗੇ ਚੌਕ ਦੇ ਵਿੱਚ। ਉਹ ਖਤਮ ਹੋ ਗਿਆ। ਹਾਂਜੀ, ਨਾਲ ਅਗਲਾ
ਇਹ ਬਕਾਇਦਾ ਇੱਥੇ ਫੁੱਲ ਲੱਗੇ ਹੁੰਦੇ ਸੀ, ਉਹਦੇ ਦਰਖਤ ਛੋਟੇ ਛੋਟੇ ਲੱਗੇ ਹੁੰਦੇ ਸੀ, ਖਾਲਾ ਚੱਲਦਾ ਸੀ ਪਾਣੀ ਵਾਲਾ। ਠੀਕ। ਇਹ ਖੂਹੀਆਂ ਬਣੀਆਂ ਸੀ ਘਰਾਂ 'ਚ ਛੋਟੀਆਂ ਛੋਟੀਆਂ। ਇਹ ਇੱਕ ਇੱਥੇ ਖੂਹੀ ਸੀ ਬਣੀ ਹੋਈ, ਇਹ ਨਾਲ ਦੇ ਘਰ 'ਚ। ਖੂਹੀਆਂ ਦਾ ਪਾਣੀ ਲੋਕ ਜ਼ਿਆਦਾ ਪੀਂਦੇ ਸੀ। ਉਹ ਖੂਹੀਆਂ ਸਾਡੀ ਕਾਫੀ ਸਾਲ ਬਾਅਦ ਤੱਕ ਰਹੀਆਂ, ਹੁਣ ਬੰਦ ਹੋ ਗਈਆਂ ਕਿਉਂਕਿ ਦੂਸਰਾ ਵਾਟਰ ਆ ਗਿਆ, ਟੈਂਕੀ ਵਾਲਾ ਪਾਣੀ ਆ ਗਿਆ। ਇਹ ਆ ਜੀ ਮਸਜਿਦ, ਤੇ ਮਸਜਿਦ ਦੇ ਕੋਲ ਆ ਜਿਹੜਾ ਪਿੱਪਲ ਤੁਸੀਂ ਦੇਖ ਰਹੇ ਹੋ, ਇਹ 1947 ਤੋਂ ਪਹਿਲਾਂ ਦਾ ਪਿੱਪਲ ਆ। ਹੋ ਸਕਦਾ ਜਿਹੜੇ ਬੰਦੇ ਹਲੇ ਜੀਂਦੇ ਆ ਉਹ ਇਹਨਾਂ ਨੂੰ ਦੇਖ ਕੇ, ਇਸ ਪਿੱਪਲ ਨੂੰ ਦੇਖ ਕੇ ਉਹਨਾਂ ਨੂੰ ਕੋਈ ਯਾਦ ਤਾਜ਼ਾ ਹੋ ਜਾਵੇ ਉਹਨਾਂ ਦੀ। ਇਹ ਪਿੱਪਲ 1947 ਤੋਂ ਪਹਿਲਾਂ ਦਾ ਬਣਿਆ ਆਪਣਾ ਲਾਇਆ ਹੋਇਆ ਪਿੱਪਲ ਆ ਜੀ। ਗਲੇ ਗਲੇ ਨਾਲੇ ਅਥੇਰੋ ਸੁੱਟਦਾ ਏ, ਦਿਲ ਪਾਗਲ ਨੂੰ ਸਮਝਾਵਾਂ ਕੀ, ਤੇਰੇ ਆਉਣ ਦਾ ਰੋਜ਼ ਵੇ ਪੁੱਛਦਾ हर रोज बहाने पावांगी, ओ हुण मेरी ते ओ मनदा नहीं, हुण मेरी ते मनदा तुसी आप मना के याद मैनू आवे, एक पिंड पंजाब दा, बड़ा याद मैनू आवे, एक पिंड पंजाब दा, ओ पिंड मेरे बचपन दा, ओ पिंड मेरे बचपन दा, ओ पिंड मेरे बाप दा, बड़ा याद मैनू आवे, एक पिंड पंजाब दा। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚ ਚੁੱਕੀ ਹੈ ਜੀ ਜ਼ੈਲਦਾਰ ਗੰਡਾ ਸਿੰਘ ਉਹਨਾਂ ਦੇ ਰਕਬੇ ਦੇ ਵਿੱਚ। ਇੱਥੇ ਉਹਨਾਂ ਨੇ ਬਾਗ ਲਾਇਆ ਸੀ ਆਪਣੇ ਹੱਥਾਂ ਨਾਲ। ਇਹ ਬਾਗ ਦੀ ਹਾਲਤ ਹੈ ਜੀ ਹਲੇ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਹੈ ਬਾਗ, ਲੇਕਿਨ ਕੁਛ ਬੂਟੇ ਵਿੱਚੋਂ ਜਿਹੜੇ ਨਾ ਸੁੱਕਦੇ ਜਾ ਰਹੇ ਆ, ਬਿਮਾਰੀ ਆ ਜਾਂਦੀ ਆ। ਇਹ ਦੇਖੋ ਮਾਲਟੇ ਲੱਗੇ ਹੋਏ ਆ, ਤੇ ਜਦੋਂ ਕਿਤੇ ਤੁਹਾਡਾ ਆਉਣ ਹੋਇਆ ਤੁਹਾਨੂੰ ਮਾਲਟੇ ਵੀ ਖਾਣ ਨੂੰ ਮਿਲਣਗੇ। ਇਹ ਨੀਚੇ ਲਗਾਇਆ ਹੋਇਆ ਜੀ ਲਸਣ। ਬੜਾ ਪਿਆਰਾ ਡੇਰਾ ਜੀ, ਛਾਂ ਦੇਖੋ ਕਿੰਨੀ ਆ, ਅਮਰੂਦਾਂ ਦੇ ਬੂਟੇ ਲੱਗੇ ਹੋਏ ਆ, ਆ ਨਲਕਾ ਲਗਾਇਆ। ਇਹ ਜਨਾਬ ਤੁਹਾਡੇ ਅੰਬਾਂ ਦੇ ਤੇ ਜਾਮਣਾਂ ਦੇ ਬੂਟੇ ਆ। ਉਹਨਾਂ ਨੇ ਕਿਹਾ ਕਿ ਸਾਨੂੰ ਸਾਡਾ ਰਕਬਾ ਤੇ ਬੇਰੀ ਦਿਖਾ ਕੇ ਆਓ, ਇਹ ਚੈਨਲ ਵਾਲੇ ਆ, ਇਹ ਇਹਨਾਂ ਦਾ ਰਕਬਾ ਜੀ, ਇਹਨਾਂ ਦਾ ਰਕਬਾ ਜੀ ਹੁਣ ਇਹਨਾਂ ਦੇ ਕੋਲ ਆ ਜੀ ਗੰਡਾ ਸਿੰਘ ਹੁਣਾਂ ਵਾਲਾ ਰਕਬਾ। ਆ ਲਸਣ ਦੀ ਗੋਡੀ ਕਰ ਰਹੇ ਆ ਬਜ਼ੁਰਗ। ਨਾਮ ਦੱਸੋ ਜੀ ਮਾੜਾ ਆਪਣਾ? ਮੁਹੰਮਦ ਸੁਲਤਾਨ। ਤੇ ਕਿਹੜੇ ਆ ਜ਼ਾਤ? ਮੁਹੰਮਦ ਸੁਲਤਾਨ ਜੱਟ ਹੋਣਾ ਦੇ ਕੋਲ ਆ ਜੀ ਰਕਬਾ ਉਹਨਾਂ ਵਾਲਾ, ਲੁਧਿਆਣੀ ਹੈ। ਤੇ ਲੁਧਿਆਣੇ ਜ਼ਿਲ੍ਹੇ 'ਚ ਉੱਠ ਕੇ ਆਇਆ। ਪਿੰਡ ਕਿਹੜਾ ਆਪਣਾ ਆ ਬਜ਼ੁਰਗੋ? ਜੱਕੜ। ਚੱਕਰ ਦੇ ਰਹਿਣ ਵਾਲੇ ਸੀ ਜੀ। ਤੇ ਆਹ ਦੇਖੋ ਹੁਣ ਕਿੱਡੀ ਸੋਹਣੀ ਜ਼ਮੀਨ ਇਹਨਾਂ ਨੂੰ ਮਿਲੀ। ਸਭ ਤੋਂ ਪੁਰਾਣੀ ਬੇਰੀ। ਕਿਆ ਬਾਤ ਆ ਜੀ। ਆਹ ਡੇਰਾ ਬਣਾਇਆ, ਛੋਟਾ ਜਿਹਾ ਘਰ ਵੀ ਬਣਾਇਆ ਇੱਥੇ, ਰਾਤ ਨੂੰ ਮੰਜਾ ਬਹੁਤ ਵੱਡਾ, ਇੱਥੇ ਖਾਣ ਪੀਣ ਦਾ ਇੰਤਜ਼ਾਮ ਵੀ ਹੈਗਾ ਆ। ਆ ਬੇਰੀ ਉਹਨਾਂ ਦੇ ਹੱਥ ਦੀ ਲੱਗੀ ਹੋਈ ਆ। ਆਹ ਵੇਖ ਲਓ ਜੀ, ਚੁੱਲ੍ਹਾ ਚੌਂਕਾ ਵੀ ਪਰੇ ਬਣਿਆ ਆ, ਨਜ਼ਰ ਆ ਰਿਹਾ ਹੋਣਾ। ਇਹ ਆ ਜੀ ਬੇਰੀ ਪੈਂਦੀ, ਪੇਂਦੂ ਬੇਰ ਆ ਜੀ ਇਹਨੂੰ। ਇਹ ਬੇਰੀ ਗੰਡਾ ਸਿੰਘ ਉਹਨਾਂ ਨੇ ਆਪਣੇ ਹੱਥੀਂ ਲਾਈ ਸੀਗੀ। ਦੇਖ ਲਓ ਜੀ, ਲਾਈ ਕਿਸੇ ਨੇ ਤੇ ਬੇਰ ਕਿਹਨਾਂ ਦੇ ਹਿੱਸੇ 'ਚ ਆਏ ਆ। ਇਹ ਮੁੜ ਤੋਂ ਤੁਹਾਨੂੰ ਦਿਖਾਣੇ ਬੇਰੀ।
ਇਹ ਵੇਖੋ ਜੀ ਬੇਰੀ ਤੋਂ ਅੰਦਾਜ਼ਾ ਹੋ ਰਿਹਾ ਵੀ ਕਿੰਨੀ ਬੁੱਢੀ ਹੈ ਇਹ ਬੇਰੀ, ਕਿੰਨੀ ਪੁਰਾਣੀ ਆ। ਸ਼ਾਖਾਂ ਤਣੇ ਦੇਖੋ ਨਾ ਬਿਲਕੁਲ ਬੁੱਢੇ ਹੋ ਚੁੱਕੇ ਆ, ਕਿੱਦਾਂ ਤੇੜਾਂ ਆ ਗਈਆਂ। ਕੁਛ ਜਿਹੜੀ ਪੈਂਦੀ ਬੋਰੀ ਹੁੰਦੀ ਉਹਦਾ ਕੁਛ ਇਸ ਤਰ੍ਹਾਂ ਦਾ ਰੁੱਖ ਰਕਾ ਵੀ ਇਦਾਂ ਦਾ ਹੁੰਦਾ ਆ, ਲੇਕਿਨ ਚੂँਕਿ ਤਣੇ ਤੋਂ ਲੱਗਦਾ ਵੀ ਬਹੁਤ ਹੀ ਜ਼ਿਆਦਾ ਉਮਰ ਦੀ ਹੋ ਚੁੱਕੀ ਆ। ਪਹਿਲੇ ਪਤਾ ਨਹੀਂ ਕਿੰਨੀ ਦੇਰ ਦੀ ਲੱਗੀ, 73 ਸਾਲ ਤੇ ਪਾਰਟੀਸ਼ਨ ਵੀ ਹੋ ਗਿਆ ਜੀ। ਇਹ ਹੈ ਜੀ ਬੇਰੀ ਉਹਨਾਂ ਦੀ ਨਿਸ਼ਾਨੀ। ਯਕੀਨਨ ਉਹਨੂੰ ਦੇਖ ਕੇ ਬੜੀ ਖੁਸ਼ੀ ਹੋਈ ਹੋਏਗੀ ਕਿ ਹਜੇ ਵੀ ਉਸੇ ਤਰ੍ਹਾਂ ਹੀ ਕਾਇਮ ਆ। ਔਰ ਇਹਨੂੰ ਬੇਰ ਵੀ ਲੱਗਦੇ ਆ, ਇਹ ਨਹੀਂ ਕਿ ਉੱਦਾਂ ਹੀ ਆ, ਇਹਨੂੰ ਬੇਰ ਲੱਗਦੇ ਆ। ਦੇਖੋ ਬੇਰ ਥੱਲੇ ਵੀ ਬਹੁਤ ਗਿਰੇ ਆ, ਹਲੇ ਉੱਦਾਂ ਪੱਕੇ ਨਹੀਂ ਹੋਣੇ, ਕੱਚੇ ਆ। ਪੇਂਦੂ ਬੇਰ ਕੱਚੇ ਵੀ ਮਿੱਠੇ ਹੀ ਹੁੰਦੇ ਤਕਰੀਬਨ। ਹਾਂ ਉਹਨਾਂ ਦਾ ਬਾਗ ਆ, ਮਾਲਟੇ ਲੱਗੇ। ਇਹ ਦੇਖੋ ਜੀ ਮਾਲਟੇ, ਕਿੱਡਾ ਜ਼ਬਰਦਸਤ ਰੰਗ ਆ ਮਾਲਟਿਆਂ ਦਾ। ਤੇ ਅਸੀਂ ਹੁਣ ਇੱਕ ਮਾਲਟਾ ਵੀ ਇਹਨਾਂ ਤੋਂ ਤੋੜਾਂਗੇ। ਤੇ ਆਹ ਕਿਆ ਬਾਤਾਂ ਜੀ, ਕਿਆ ਬਾਤਾਂ ਜੀ, ਜ਼ਬਰਦਸਤ। ਖਿੜ ਗਏ ਉੱਪਰ ਹੀ। ਵਾਹ ਜੀ ਵਾਹ, ਬੜਾ ਸਬਜ਼ਾ ਜੀ ਖੇਤਾਂ ਦੇ ਵਿੱਚ। ਕਣਕਾਂ ਵੀ ਮਾਸ਼ਾਅੱਲਾ ਨਿਸਰ ਆਈਆਂ। ਤੇ ਬਾਕੀ ਤੁਹਾਨੂੰ ਹੁਣ ਪੱਕਾ ਨਾ ਸਟੇਸ਼ਨ ਦਿਖਾਣਾ ਜੀ, ਜਿੱਥੇ ਲੋਕ ਉਤਰਦੇ ਚੜ੍ਹਦੇ ਹੁੰਦੇ ਸੀ। ਮਾਲਟੇ ਬੜੇ ਮਿੱਠੇ ਆ ਜੀ। ਗੰਡਾ ਸਿੰਘ ਉਹਨਾਂ ਦੇ ਲਾਏ ਹੋਏ ਮਾਲਟੇ, ਬੂਟਿਆਂ ਦੇ ਮਾਲਟੇ ਅਸੀਂ ਖਾ ਰਹੇ ਹਾਂ ਜੀ। ਤੇ ਅਸੀਂ ਦੁਆ ਕਰਦੇ ਹਾਂ ਰੱਬ ਅੱਗੇ ਕਿ ਉਹਨਾਂ ਨੂੰ ਵੀ ਕਦੇ ਮੌਕਾ ਮਿਲੇਗਾ ਆਪਣੀ ਜ਼ਮੀਨਾਂ ਦੇ ਜਿਹੜੇ ਬੂਟੇ ਲਾ ਗਏ ਅਸੀਂ ਉਹਨਾਂ ਦੇ ਫਲ ਖਾਣ। ਲਸਣ ਜ਼ਿਆਦਾ ਲਾਇਆ ਜੀ ਮਾਸ਼ਾਅੱਲਾ। ਲਸਣ ਦਾ ਸੀਜ਼ਨ ਆ ਜੀ। ਹਾਂਜੀ, ਇਹ ਨਿੰਬੂਆਂ ਦਾ ਬੂਟਾ ਜੀ। ਲੇਕਿਨ ਨਿੰਬੂਆਂ ਦਾ ਤੁਸੀਂ ਹੈਰਾਨ ਹੋਵੋਗੇ ਦੇਖ ਕੇ ਕਿ ਇਹ ਜਿਹੜੇ ਨਿੰਬੂ ਆ ਨਾ, ਇਹ ਮਾਲਟਿਆਂ ਵਰਗੇ ਰੰਗ ਆ ਇਹਨਾਂ ਦੇ। ਇਹ ਨਿੰਬੂਆਂ ਦੇ ਰੰਗ ਮਾਲਟਿਆਂ ਵਰਗੇ। ਮੈਂ ਤੁਹਾਨੂੰ ਥੱਲੇ ਵੀ ਦਿਖਾਣਾ ਜੀ ਚੱਕ ਕੇ। ਇਹ ਦੇਖੋ ਇਹਨਾਂ ਦੇ ਰੰਗ ਜਿਹੜੇ ਨਾ ਮਾਲਟੇ, ਬਿਲਕੁਲ ਮਾਲਟੇ ਰੰਗੇ ਨਿੰਬੂ ਆ ਜੀ। ਇਹ ਦੇਖੋ, ਇਹ ਹੈ ਜੀ ਪੱਕਾ ਅੰਨਾ ਸਕੂਲ, ਗੌਰਮੈਂਟ ਹਾਈ ਸਕੂਲ ਪੱਕਾ ਅੰਨਾ, ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ ਟੇਕ ਸਿੰਘ। ਠੀਕ ਹੈ ਜੀ, ਜਿੱਥੇ ਬਹੁਤ ਖੂਬਸੂਰਤ ਸਕੂਲ, ਜਿੱਥੇ ਸਾਡੇ ਵੀਰ ਕਰਮਵੀਰ ਸਿੰਘ ਹੁਣੀ ਜਿਹੜੇ ਉਹਨਾਂ ਦੇ ਨਾਨਕੇ ਇਸ ਸਕੂਲ ਦੇ ਵਿੱਚੋਂ ਪੜ੍ਹ ਕੇ ਗਏ ਸੀਗੇ ਜੀ। ਇਹ ਸਕੂਲ ਅੱਜ ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਕਿੱਡਾ ਖੂਬਸੂਰਤ ਸਕੂਲ ਆ। ਦੇਖੋ ਕਿੰਨਾ ਦਰਖਤ ਲੱਗਾ ਹੋਇਆ ਤੇ ਕਿੰਨੇ ਜ਼ਬਰਦਸਤ ਮਤਲਬ ਇੱਥੇ ਪਲਾਟਿੰਗ ਹੋਈ ਆ। ਦਰਖਤ ਦੇਖੋ ਜੀ ਕਿੱਡੇ ਕਿੱਡੇ ਬੜੇ ਲੱਗੇ ਹੋਏ ਆ। ਇਹ ਪਿੱਪਲ ਦਾ ਬੂਟਾ ਦੇਖ ਲਓ ਜੀ, ਵੀ ਮੇਰਾ ਖਿਆਲ ਆ ਕਿ ਪਹਿਲੇ ਦਾ ਹੀ ਆ, ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਹੀ ਆ। ਤੇ ਨਿਸ਼ਾਨੀਆਂ ਦੇਖ ਲਓ ਜੀ ਰਹਿ ਗਈਆਂ। ਆ ਕਾਵਾਂ ਨੂੰ ਪਤਾ ਨਹੀਂ ਕੀ ਆ ਪਿਆ। ਹਾਂਜੀ, ਕਰੋਨਾ ਤੋਂ ਬਾਅਦ ਕਾਫੀ ਦੇਰ ਬਾਅਦ ਸਕੂਲ ਖੁੱਲ੍ਹਿਆ ਜੀ। ਖੂਬਸੂਰਤ ਨਜ਼ਾਰਾ। ਹੈਡ ਮਾਸਟਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਕੂਲ ਨੂੰ ਮੈਨੇਜ ਕੀਤਾ ਜੀ। ਸਾਡੀ ਗੌਰਮੈਂਟ ਵੀ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਆ ਸਕੂਲਾਂ ਨੂੰ। ਔਰ ਮਾਸ਼ਾਅੱਲਾ ਸਿਹਤ ਸਫਾਈ ਲਈ ਬੜੇ ਫੰਡ ਆ ਰਹੇ, ਸਫਾਈ ਦੇ ਸਿਹਤ ਲਈ ਬਹੁਤ ਜ਼ਿਆਦਾ ਫੰਡਿੰਗ ਹੋ ਰਹੀ ਹੈ ਜੀ। ਹੁਣ ਦੇ ਜਿਹੜੇ ਇੱਥੇ ਆਪਣੇ ਪ੍ਰਿੰਸੀਪਲ ਆ ਆਪਣੇ ਯੂਨਸ ਸਾਹਿਬ ਜੀ, MSc ਮੈਥ ਨਾਲ ਮਾਸ਼ਾਅੱਲਾ ਬਹੁਤ ਮਿਹਨਤ ਕਰਦੇ ਬੱਚੇ। ਨਹੀਂ ਜੀ, ਉਹ ਮਿਹਨਤ ਉਹਨਾਂ ਦੀ ਨਾ ਸਿਰਫ ਬੱਚਿਆਂ 'ਚ ਬਲਕਿ ਸਕੂਲ ਦੇ ਉੱਪਰ ਕੀਤੀ ਹੋਈ ਮਿਹਨਤ ਸਾਫ਼ ਨਜ਼ਰ ਆ ਰਹੀ ਹੈ ਜੀ ਸਾਡੇ ਦੇਖਣ ਵਾਲੇ। ਲਾਇਬ੍ਰੇਰੀ ਗਵਰਨਮੈਂਟ ਨੇ ਬਣਾਈ ਹੈ, ਬਹੁਤ ਇੰਨੀ ਸਫਾਈ ਬਹੁਤ ਘੱਟ ਸਕੂਲਾਂ 'ਚ ਦੇਖਣ ਨੂੰ ਮਿਲਦੀ ਆ। ਔਰ ਡਿਸਪਲਿਨ ਬਹੁਤ ਬੱਚਿਆਂ ਦਾ, ਟੀਚਰਾਂ ਦਾ। ਇਹ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਸਕੂਲ ਹੈ ਜੀ? ਹਾਂਜੀ, ਪਹਿਲਾਂ ਪਾਕਿਸਤਾਨ। ਅੱਛਾ, ਇਹਦਾ ਮਤਲਬ ਉਹ ਜਿਹੜੇ ਸਰਦਾਰ ਆਪਣੇ ਗਏ ਜ਼ੈਲਦਾਰ, ਉਹ ਇਹਨਾਂ ਸਕੂਲਾਂ 'ਚੋਂ ਪੜ੍ਹਾਈ ਕਰ। ਤੁਸੀਂ ਦੱਸ ਦਿਆਂ ਕਿ ਆਲੇ ਦੁਆਲੇ ਦੇ ਸਾਰੇ ਲੋਕ ਇੱਥੇ ਹੀ ਪੜ੍ਹਨ ਆਉਂਦੇ ਹੁੰਦੇ ਸੀਗੇ। 150 ਪਿੰਡ ਇੱਥੇ ਹੀ ਆਉਂਦਾ ਸੀ ਪੜ੍ਹਨ ਵਾਸਤੇ। ਹਾਂਜੀ,
ਤੇ ਕਿਆ ਬਾਤ ਪਹਿਲਾਂ ਹੈ। ਡੀਸੀ ਗਵਰਨਮੈਂਟ ਡੀਸੀ ਦੇ ਨਾਮ ਤੋਂ ਡੀਸੀ ਹਾਈ ਸਕੂਲ ਅੱਛਾ ਗਵਰਨਮੈਂਟ ਡੀਸੀ ਹਾਈ ਸਕੂਲ ਇਹਦੇ ਪਹਿਲੇ ਨਾਂ ਸੀਗਾ। ਠੀਕ ਹੈ ਜੀ। ਬਹੁਤ ਹੀ ਪਿਆਰਾ ਸਕੂਲ ਆ ਜੀ ਇਲਾਕੇ ਦੇ ਵਿੱਚ। ਇਹ ਤੁਸੀਂ ਦੱਸਦੇ ਸੀ ਅੱਗੇ ਵੀ ਸਾਡੇ ਪਿੰਡ ਨੂੰ ਕੋਈ ਖੂਬਸੂਰਤੀ ਦੇ ਲਿਹਾਜ਼ ਨਾਲ ਵੀ ਕੋਈ ਮਿਲਿਆ ਸੀ ਇਸ ਇਨਾਮ। ਇਲਾਕੇ ਨੂੰ ਗਵਰਨਮੈਂਟ ਨੇ ਪੂਰੇ ਡਿਸਟ੍ਰਿਕਟ ਦੇ ਵਿੱਚੋਂ ਜਿਹੜਾ ਮਸਾਲੀ ਗਾਉਂ ਇਲਾਕਾ ਕਰਾ ਦਿੱਤਾ। ਅੱਛਾ ਮਸਾਲੀ ਪਿੰਡ ਦਾ ਦਰਜਾ ਤੁਹਾਡੇ ਪਿੰਡ ਨੂੰ ਮਿਲਿਆ ਆ। ਉਸ ਉਦੋਂ ਗਵਰਨਮੈਂਟ ਨੇ ਇਹਨੂੰ ਫਿਰ ਸਾਡੇ ਹਸਪੀਟਲ ਡਿਸਪੈਂਸਰੀਆਂ ਵੈਟਰਨਰੀ ਹਸਪੀਟਲ ਅੱਛਾ ਜੀ। ਪੋਸਟ ਆਫਿਸ ਜਿਹੜਾ ਜਨਰਲ ਪੋਸਟ ਆਫਿਸ ਇੱਥੇ ਬੜਾ ਠੀਕ ਹੈ ਜੀ। ਤੇ ਮਾਸ਼ਾਅੱਲਾ ਰੱਬੇ ਜ਼ਿਦਨੀ ਇਲਮਾ, ਇਹਦਾ ਮਤਲਬ ਹੈ ਜੀ ਕਿ ਐ ਅੱਲਾਹ ਪਾਕ ਮੇਰੇ ਇਲਮ ਦੇ ਵਿੱਚ ਇਜ਼ਾਫਾ ਫਰਮਾ। ਇਹ ਦੇਖੋ ਜੀ ਕਿੱਡਾ ਪਿਆਰਾ ਸਕੂਲ ਬਣਿਆ ਆ। ਇਹ ਮੇਰੇ ਖਿਆਲ ਹੈਡਮਾਸਟਰ ਸਾਹਿਬ ਦਾ ਕਮਰਾ ਹੋਣਾ। ਅੱਛਾ ਇਹ ਕੰਪਿਊਟਰ ਲੈਬ ਆ ਜਿੱਥੇ ਏਸੀ ਲੱਗਾ ਹੋਇਆ ਜੀ। ਉਹ ਪਰੇ ਪਲੇ ਗਰਾਊਂਡ ਆ ਜੀ ਪਾਲੀ ਸਾਈਡ ਤੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ। ਕਿਆ ਬਾਤਾਂ ਜੀ ਕਿਆ ਬਾਤਾਂ। ਦੇਖੋ ਜੀ ਇਹ ਬੈਂਚ ਲੱਗੇ ਹੋਏ ਆ ਸਰਦੀਆਂ ਨੂੰ ਬਾਹਰ ਬੱਚੇ ਬਹਿ ਜਾਂਦੇ ਧੁੱਪ ਸੇਕਣ ਲਈ। ਉਹ ਪਰੇ ਮੇਰੇ ਖਿਆਲ ਮਸਜਿਦ ਜਿਹੜੀ ਉਹ ਬਣ ਰਹੀ ਆ ਜੀ। ਅਸੀਂ ਅਪੀਲ ਕਰਦੇ ਹਾਂ ਜੀ ਆਪਣੇ ਜਿਹੜੇ ਪਾਕਿਸਤਾਨ ਦੇ ਰਹਿਣ ਵਾਲੇ ਮੁਖੱਈਰ ਹਜ਼ਰਾਤ ਆ, ਇਹਨਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਸਾਰੇ ਕੰਮ ਗੌਰਮੈਂਟ ਦੇ ਕਰਨ ਦੇ ਨਹੀਂ ਹੁੰਦੇ। ਕੁਝ ਕੰਮ ਜਿਹੜੇ ਆ ਸਾਡੇ ਵੀ ਹਿੱਸੇ 'ਚ ਆਉਂਦੇ ਆ। ਅਸੀਂ ਵੀ ਇਹਨਾਂ ਸਕੂਲਾਂ 'ਚੋਂ ਪੜ੍ਹ ਕੇ ਅੱਗੇ ਤੱਕ ਪਹੁੰਚੇ ਔਰ ਜਿੰਨੇ ਵੀ ਮੇਰੇ ਖਿਆਲ ਅਫਸਰਾਨ ਆ ਬੜੇ ਬੜੇ ਅਹੁਦਿਆਂ 'ਤੇ ਉਹ ਸਾਰੇ ਇਹਨਾਂ ਸਕੂਲਾਂ ਦੇ ਵਿੱਚੋਂ ਹੀ ਪੜ੍ਹ ਕੇ ਚਲੋ ਕਿਸੇ ਨਾ ਕਿਸੇ ਸਕੂਲਾਂ 'ਚੋਂ ਪੜ੍ਹ ਕੇ ਗਏ ਆ। ਉਹ ਕਿਸੇ ਵਕਤ 'ਚ ਉਹ ਸਟੂਡੈਂਟ ਰਹਿ ਚੁੱਕੇ ਆ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਆਪਣੇ ਇਹਨਾਂ ਸਕੂਲਾਂ ਲਈ ਆਪਣੇ ਵਸਾਇਲ ਦੇ ਮੁਤਾਬਕ ਆਪਣੇ ਦਾਇਰਾ ਇਖਤਿਆਰ ਦੇ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੂੰ ਆਸਾਨੀਆਂ ਪੈਦਾ ਕਰਨੀਆਂ ਚਾਹੀਦੀਆਂ। ਬਹੁਤ ਸਾਰੀਆਂ ਸਹੂਲਤਾਂ ਦੇ ਸਕਦੇ ਆ ਜਿਨ੍ਹਾਂ ਵਿੱਚ ਲਾ ਲਓ ਕਿ ਗਰੀਬ ਜਿਹੜੇ ਬੱਚੇ ਆ ਉਹਨਾਂ ਨੂੰ ਵਰਦੀਆਂ ਜੁੱਤੀਆਂ ਔਰ ਬੈਗ ਵਗੈਰਾ ਜਿਹੜੇ ਨਾ ਉਹ ਦੇ ਸਕਦੇ ਆ। ਬਲਕਿ ਮੈਂ ਨਾਸਰ ਸਾਹਿਬ ਤੁਹਾਡੀ ਗੱਲ ਐਡ ਕਰਦਾ ਵੀ ਇੱਥੇ ਨਾ ਪ੍ਰਿੰਸੀਪਲ ਨੇ ਥੋੜ੍ਹੇ ਦਿਨ ਸਾਡੀ ਜਿਹੜੀ ਕਮੇਟੀ ਉਹਦੇ ਥਰੂ ਮੀਟਿੰਗ ਅਸੀਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ। ਤਾਂ ਮਿੱਟੀ ਬਹੁਤ ਆ, ਗੌਰਮੈਂਟ ਦਾ ਫੰਡ ਸਿਰਫ ਸਿਹਤ ਸਫਾਈ ਤੇ ਖਰਚ ਹੁੰਦਾ। ਜੀ ਜੀ ਅਸੀਂ ਅਪੀਲ ਇਹ ਕਰਦੇ ਹਾਂ ਵੀ ਪ੍ਰਿੰਸੀਪਲ ਸਾਹਿਬ ਨੇ ਵੀ ਕਿਹਾ ਵੀ ਅਗਰ ਜਿਹੜੇ ਇੱਥੇ ਦੇ ਸਾਬਕਾ ਲੋਕ ਪੜ੍ਹ ਕੇ ਗਏ ਵੱਡੇ ਅਫੀਸਰ ਟਫ ਟਾਇਲ ਦੀ ਜ਼ਰੂਰਤ ਹੈ ਜਿਹੜੀ ਗਰਾਊਂਡ ਆ ਨਾਲ ਜੀ ਟਫ ਟਾਇਲ ਦੇ ਵਿੱਚ ਨਾ ਫਿਰ ਉਹ ਸਫਾਈ ਕਰਨੀ ਸੌਖੀ ਹੋ ਜਾਂਦੀ ਹੈ। ਇਹਨੂੰ ਖਤਮ ਕਰੀਏ ਜੀ। ਤੇ ਪ੍ਰਿੰਸੀਪਲ ਬਹੁਤ ਅੱਛੇ ਇਮਾਨਦਾਰ ਬੰਦੇ ਆ। ਉਹ ਕਹਿੰਦੇ ਅਸੀਂ ਹਿਸਾਬ ਵੀ ਰੱਖਦੇ ਆ ਜਿਹੜੇ ਉਹਨਾਂ ਨੂੰ ਓਪਨ ਵੀ ਕਰਾਂਗੇ ਜਿਹੜੇ ਦੋਸਤ। ਦੇਖੋ ਜੀ ਉਹਨਾਂ ਦੀ ਮਿਹਨਤ ਜਿਹੜੀ ਹੈ ਬਿਲਕੁਲ ਸਾਫ਼ ਨਜ਼ਰ ਆ ਰਹੀ ਹੈ ਔਰ ਮੈਂ ਸਮਝਦਾ ਕਿ ਤੁਹਾਡੀ ਜਿਹੜੀ ਗੱਲ ਆ ਮੈਂ ਇਹਨਾਂ ਨੂੰ ਸੈਕਿੰਡ ਕਰਦਾ। ਇਹ ਕਰਨੀ ਚਾਹੀਦੀ ਹੈ ਇਹਨਾਂ ਨੂੰ ਬਿਲਕੁਲ ਇਹ ਹੈਲਪ ਕਰਨੀ ਚਾਹੀਦੀ ਆ ਕਿਉਂਕਿ ਪਹਿਲੇ ਉਹ ਪੜ੍ਹ ਕੇ ਗਏ ਆ ਤੇ ਉਹਨਾਂ ਦਾ ਹੱਕ ਵੀ ਬਣਦਾ ਆ। ਬਲਕਿ ਗਵਰਨਮੈਂਟ ਨੇ ਵੀ ਕਿਹਾ ਅਗਰ ਤੁਸੀਂ ਪ੍ਰਾਈਵੇਟ ਲੋਕ ਹਿੱਸਾ ਲੈਣ 20-25-30 ਲੱਖ ਰੁਪਏ ਦੀ ਜ਼ਰੂਰਤ ਹੈ ਜ਼ਿਆਦਾ ਜੀ ਜੀ। ਅਸੀਂ ਪਾਣੀ ਜਿਹੜਾ ਪੀਣੇ ਵਾਲਾ ਉਹਦੇ ਬੱਚਿਆਂ ਨੂੰ ਬੜੀ ਦਿੱਕਤ ਆ। ਜੀ ਜੀ। ਉਹ ਸਾਫ਼ ਪਾਣੀ ਜਿਹੜਾ ਅਸੀਂ ਆਪਣੇ ਤੌਰ ਤੇ ਇੱਥੋਂ ਡਿੱਗੀ ਬਣਾਈ ਹੈ। ਆਪਣਾ ਉਹਦਾ ਵੀ ਅਹੁਦੇਦਾਰ ਵੀ ਹੈਗੇ ਤੁਸੀਂ? ਮੈਂ ਇੱਥੇ ਦੇ ਕਮੇਟੀ ਦਾ ਜਿਹੜਾ ਉਹਦਾ ਕੋ ਐਜੂਕੇਸ਼ਨ ਦਾ ਇਹਦਾ ਚੇਅਰਮੈਨ ਵੀ ਜਿਹੜੀ ਚੇਅਰਮੈਨ ਵੀ ਹੋ ਤੁਸੀਂ? ਠੀਕ ਹੈ ਜੀ। ਸ਼ੌਕਤ ਸਾਹਿਬ ਇਸ ਆਪਣੇ ਸਕੂਲ ਦੀ ਕਮੇਟੀ ਦੇ ਚੇਅਰਮੈਨ ਆ ਜੀ ਹਾਈ ਸਕੂਲ ਦੀ ਕਮੇਟੀ ਦੇ। ਔਰ ਇਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਮੁਖੱਈਰ ਹਜ਼ਰਾਤ ਆ ਜਿਹੜੇ ਇੱਥੋਂ ਪੜ੍ਹ ਕੇ ਗਏ ਆ ਉਹਨਾਂ ਨੂੰ ਚੂँਕਿ ਮਸਜਿਦ ਵੀ ਤਮੀਰ ਹੋ ਰਹੀ ਆ ਅੱਲਾਹ ਪਾਕ ਦਾ ਘਰ ਆ ਇਹਦੇ ਵਿੱਚ ਵੀ ਮੇਰਾ ਖਿਆਲ ਆ ਵੀ ਲੋਕਾਂ ਨੂੰ ਜਿਹੜੇ ਆਪਣੇ ਸਟੂਡੈਂਟ ਆ ਟੀਚਰਾਂ ਨੇ ਵੀ ਆਪਣੀ ਜੇਬ ਤੋਂ ਦਿੱਤਾ ਹਿੱਸਾ ਕਾਫੀ ਕੀਤਾ। ਕਿਆ ਬਾਤ ਆ। ਫੰਡ ਬਹੁਤ ਬਾਕੀਆਂ ਲੋਕਾਂ ਨੂੰ ਵੀ ਕਰਨਾ ਚਾਹੀਦਾ ਆ। ਇਹਦੀ ਟਫ ਟਾਇਲ ਔਰ ਇਹ ਪੱਕਾ ਹੋ ਆਉਣ ਵਾਲੇ ਟਾਈਮ 'ਚ ਨਿਜਾਤ ਦਾ ਜ਼ਰੀਆ ਬਣੇਗਾ। ਮਕਾਨ ਵੀ ਹੋਰ ਜਿਹੜੀ ਬਿਲਡਿੰਗ ਵੀ ਕਲਾਸਰੂਮਾਂ ਦੀ ਵੀ ਜ਼ਰੂਰਤ ਹੈ ਥੋੜੀ। ਬੱਚੇ ਦੇਖੋ ਨਾ ਓਪਨ ਬਹਿਣਾ ਪੈਂਦਾ। ਜੀ ਜੀ। ਉਹ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਅਗਰ ਲੋਕ ਆਉਣ ਗੌਰਮੈਂਟ ਵੀ ਬਹੁਤ ਕੁਝ ਕਰ ਰਹੀ ਹੈ ਲੇਕਿਨ ਮੈਂ ਪਹਿਲੇ ਵੀ ਕਿਹਾ ਕਿ ਸਾਰੇ ਕੰਮ ਗੌਰਮੈਂਟ ਦੇ ਕਰਨ ਵਾਲੇ ਨਹੀਂ ਹੁੰਦੇ। ਸਾਡਾ ਵੀ ਅਖਲਾਕੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਹਿੰਮਤ ਦੇ ਮੁਤਾਬਕ ਥੋੜਾ ਕਰਕੇ ਨਾ ਸਿਰਫ ਸਕੂਲਾਂ ਨੂੰ ਬਲਕਿ ਆਪਣੇ ਪਿੰਡਾਂ ਨੂੰ ਵੀ ਸਾਨੂੰ ਸਾਫ਼ ਸੁਥਰਾ ਕਰਨ ਦੀ ਜ਼ਰੂਰਤ ਹੈ। ਬਕਾਇਦਾ ਉਹਨਾਂ ਦਾ ਰਿਕਾਰਡ ਵੀ ਰੱਖਾਂਗੇ ਇੱਥੇ ਰੱਖਿਆ ਉਹਨਾਂ ਨੇ ਬਕਾਇਦਾ ਜਿਹੜੇ ਲੋਕ ਆਉਣਗੇ ਉਹਨਾਂ ਨੂੰ ਚੈੱਕ ਵੀ ਕਰ ਸਕਦੇ ਆ ਸਾਡਾ ਪੈਸਾ ਕਿੱਥੇ ਖਰਚ ਹੋਇਆ। ਬਹੁਤ ਸ਼ੁਕਰੀਆ ਜੀ। ਸਵਾਬ ਕਰਨਾ ਚਾਹੁੰਦਾ। ਸਾਇੰਸ ਰੂਮ ਬਹੁਤ ਖੂਬਸੂਰਤ ਗਵਰਨਮੈਂਟ ਨੇ ਬਣਾਇਆ ਕਈ ਲੱਖ ਰੁਪਏ ਖਰਚਿਆ ਉਹਦੇ ਦੇ ਅੰਦਰ। ਅੱਛਾ ਜੀ। ਜਦੀਦ ਬਣਿਆ ਉਹਦੇ 'ਚ ਬੜੀ ਸਹੂਲਤਾਂ ਬੱਚਿਆਂ ਨੂੰ ਜਿਹੜੇ ਤਜਰਬੇ ਕਰਨਗੇ ਸਾਇੰਸ ਦੇ ਸਾਇੰਸ ਪੜ੍ਹਨੇ ਵਾਲੇ ਬੱਚੇ। ਦੇਖੋ ਜੀ ਇਹ ਜਦੀਦ ਸਹੂਲੀਅਤ ਨਾਲ ਰਾਸਤਾ ਕਰਕੇ ਹੀ ਇੱਕ ਅੱਛਾ ਦੇਖੋ ਨਾ ਮਿੱਟੀ ਸਟੂਡੈਂਟ ਜਿਹੜਾ ਨਾ ਅੱਗੇ ਜਾ ਸਕਦਾ। ਪ੍ਰਿੰਸੀਪਲ ਸਾਹਿਬ ਕਹਿੰਦੇ ਆ ਜੀ ਮਿੱਟੀ ਕੋ ਇਮਦਾਦ ਕਰਨ ਤਾਂ ਅਸੀਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਕਿ ਟਫ ਟਾਇਲ ਵਗੈਰਾ ਇੱਥੇ ਲੱਗ ਜਾਵੇ ਜੀ। ਬੱਚਿਆਂ ਦੀ ਸਿਹਤ ਲਈ ਜ਼ਰੂਰੀ ਆ। ਹਾਂਜੀ ਹਾਂਜੀ। ਸਾਡੇ ਸਕੂਲਾਂ 'ਚ ਰਕਬਾ ਜ਼ਿਆਦਾ ਹੈ ਇੱਥੇ ਨਾ ਮਿੱਟੀ ਜ਼ਿਆਦਾ ਹੁੰਦੀ ਹੈ ਜੀ। ਹਾਂਜੀ 99 ਕਨਾਲ ਰਕਬਾ ਜੀ ਇਹਦਾ। 99 ਕਨਾਲ ਰਕਬਾ ਇਸ ਸਕੂਲ ਦਾ ਹੈ ਜੀ। ਇਸ ਸਕੂਲ ਦਾ ਜੀ। ਕੀ ਬਾਤ ਆ। ਹਾਂਜੀ ਕਾਲਜ ਵੀ ਬਣ ਸਕਦਾ ਅਗਰ ਗਵਰਨਮੈਂਟ ਕਰੇ ਇਲਾਕੇ। ਹਾਂਜੀ ਦੇਖੋ ਇੰਨਾ ਰਕਬਾ ਹੈ ਕਾਲਜ ਬਿਲਕੁਲ ਬਣ ਸਕਦਾ ਹੈ। ਇੱਥੇ ਤਾਂ ਹੋਸਟਲ ਵੀ ਬਣ ਸਕਦੇ ਆ। ਪਹਿਲਾਂ ਸੀਗਾ ਜਦੋਂ ਬਣਿਆ ਉਦੋਂ ਹੋਸਟਲ ਸੀ। ਤੇ ਕਿੰਨੀ ਤਾਦਾਦ ਹੈ ਇਸ ਸਕੂਲ ਦੇ ਵਿੱਚ ਜੀ? ਤਕਰੀਬਨ ਜੀ ਹੁਣ 622 ਬੱਚੇ ਹੈ ਜੀ। 622 ਬੱਚੇ ਸਕੂਲ ਦੇ ਵਿੱਚ ਤਾਲੀਮ ਹਾਸਲ ਕਰ ਰਹੇ ਆ। ਠੀਕ ਹੈ ਜੀ। ਇਹ ਹੈ ਜੀ ਪੱਕਾ ਨਾ ਸਟੇਸ਼ਨ।
ਇਹ ਮੇਰੇ ਖਿਆਲ ਅੰਗਰੇਜ਼ ਦੇ ਦੌਰ ਦਾ ਜੀ ਸ਼ੌਕਤ ਭਾਈ, ਇਹ ਬਿਲਡਿੰਗ ਉਹੀ ਹੈ ਜੀ। ਅੰਗਰੇਜ਼ ਦੇ ਟਾਈਮ ਦੀ ਹੈ ਨਾ। ਹਾਂਜੀ ਅੰਗਰੇਜ਼ ਦੀ। ਕਿਆ ਬਾਤ, ਉਦੋਂ ਦੀਆਂ ਦੇਖੋ ਜੀ ਚੀਜ਼ਾਂ ਬਣੀਆਂ ਹਜੇ ਤਾਈਂ ਕਾਇਮ ਆ। ਇਹ ਵੀ ਉਹੀ ਬੇਈਮਾਨੀਆਂ ਘੱਟ ਹੁੰਦੀਆਂ ਸੀਗੀਆਂ, ਇੱਕ ਨੰਬਰ ਮਟੀਰੀਅਲ ਲੱਗਦਾ ਹੁੰਦਾ ਸੀਗਾ। ਜਦੋਂ ਇਹ ਰੇਲਵੇ ਲਾਈਨ ਬਣੀ ਹੈ ਉਦੋਂ ਦਾ ਸਟੇਸ਼ਨ ਬਣਾਇਆ, ਹਜੇ ਗਿਰਿਆ ਨਹੀਂ। ਅੱਛਾ, ਉਦੋਂ ਦਾ ਬਣਿਆ ਹਜੇ ਤਾਈਂ। ਜਦੋਂ ਅੰਗਰੇਜ਼ਾਂ ਦੇ ਦੌਰ 'ਚ ਨਾ ਕਿੱਕਰ ਇਹ ਪੱਕਾਨਾ ਸਟੇਸ਼ਨ ਜੀ ਅਮਰ ਸਿੰਘ ਹੁਣਾਂ ਦੇ। ਕਰਮਵੀਰ ਜੀ, ਇਹ ਜਿਹੜਾ ਪੱਕਾਨਾ ਸਟੇਸ਼ਨ ਆ ਜੀ, ਤੁਹਾਡੇ ਬਜ਼ੁਰਗ ਅਗਰ ਗਏ ਹੋਣਗੇ ਤਾਂ ਸ਼ਾਇਦ ਇੱਥੋਂ ਬਹਿ ਕੇ ਗਏ ਹੋਣਗੇ। ਇੱਥੋਂ ਹੀ ਗਿਆ ਜੀ, ਇੱਥੋਂ ਹੀ ਗਏ ਸੀਗੇ। ਅੱਛਾ, ਬਾਜ਼ਾਬ ਦਾ ਸਟੇਸ਼ਨ ਸੀਗਾ ਜੀ। ਕੰਮ ਕੋ 100 ਪਿੰਡ ਇੱਥੋਂ ਚੜ੍ਹਦਾ ਸੀ ਆ ਕੇ। ਅੱਛਾ, ਇਸ ਤੇ 100 ਪਿੰਡ ਆਲੇ ਦੁਆਲੇ ਲੱਗਦਾ ਸੀ ਤੁਹਾਨੂੰ? ਜਿਹੜਾ ਇੱਥੋਂ ਆ ਕੇ ਚੜ੍ਹਦਾ ਸੀ। ਠੀਕ ਇਹ ਸੀ ਉਦੋਂ ਆਉਣੇ ਜਾਣੇ ਅੰਬਰ। ਕਿਆ ਬਾਤਾਂ ਜੀ, ਇਹ ਬਿਲਡਿੰਗ ਜਿਹੜੀ ਗਿਰਨੇ ਵਾਲੀ ਉਹੀ ਹੈ ਹਿੰਦੁਸਤਾਨ ਦੀ। ਇਹ ਉਸ ਵਕਤ ਦੀ ਹਿੰਦੁਸਤਾਨ ਦੇ ਟਾਈਮ ਦੀ ਬਣੀ ਹੋਈ ਬਿਲਡਿੰਗ ਆ ਜੀ। ਅੰਗਰੇਜ਼ ਦਾ ਪਹਿਲੀ ਬਿਲਡਿੰਗ ਆ ਇਹ ਜਿਹੜੀ ਗਿਰੀ ਨਹੀਂ। ਆਪਣੇ ਅਸਾਰ ਹਲੇ ਵੀ ਆ ਜੀ, ਢਾਂਚਾ ਦੱਸਦਾ ਕਿ ਜਵਾਨੀ ਕਿਦਾਂ ਦੀ ਹੋਏਗੀ ਹੈ। ਇਹ ਬਿਲਡਿੰਗ ਹੋਈ ਹੈ। ਬਹੁਤ ਜ਼ਬਰਦਸਤ ਚੀਜ਼ਾਂ ਦੇਖਣ ਨੂੰ ਮਿਲੀਆਂ ਜੀ ਇੱਥੇ, ਪੁਰਾਣੀਆਂ ਜਿਹੜੀਆਂ ਜੁੜੀਆਂ ਹੋਈਆਂ ਚੀਜ਼ਾਂ। ਆ ਦੇਖੋ ਟਾਵਰ, ਇਹ ਟਾਵਰ ਦੱਸਦੇ ਆ ਜੀ ਕਿ ਇਲਾਕੇ ਦਾ ਸਭ ਤੋਂ ਉੱਚਾ ਤਰੀਨ ਟਾਵਰ ਆ। ਇਹ ਰੇਲਵੇ ਦਾ ਅੱਜ ਕੱਲ੍ਹ ਸਿਸਟਮ ਕਿਤੇ ਤਾਰਾਂ ਵਾਲਾ ਸੀ, ਹੁਣ ਇਹ ਹੋ ਗਿਆ। ਹਾਂਜੀ ਹਾਂਜੀ, ਹਾਂ ਇਹ ਟਿਕਟ ਘਰ ਸੀਗਾ ਜੀ। ਉਹਦਾ ਹੁਣ ਗੱਡੀ ਰੁਕਦੀ ਨਹੀਂ, ਮੇਲ ਜਾਂਦੀ ਆ, ਕੋਈ ਪੈਸੇਂਜਰ ਦੀ ਕੋਈ ਆਉਂਦੀ ਛੋਟੀ ਗੱਡੀ। ਪੈਸੇਂਜਰ ਗੱਡੀ ਨਹੀਂ ਆਉਂਦੀ ਹੈਗੀ, ਜਾਂ ਕੋ ਹੁਣ ਕ੍ਰਾਸ ਕਰੂਸ ਪਾਉਣਾ ਹੋਵੇ ਤਾਂ ਗੱਡੀ ਰੁਕ ਜਾਂਦੀ ਹੈ ਇੱਥੇ ਹੈ। ਆ ਹੁਣ ਦੇਖੋ ਕ੍ਰਾਸ ਦੀ ਵਜ੍ਹਾ ਤੋਂ ਕੋਈ ਗੱਡੀ ਰੁਕੀ ਹੈ ਮੇਲ ਗੱਡੀ ਇੱਥੇ। ਕਰਾਚੀ, ਲਾਹੌਰ, ਫੈਸਲਾ ਉਹ ਚੱਲਦਾ। ਆ ਦੇਖੋ ਜੀ, ਇੱਥੇ ਤੁਹਾਨੂੰ ਹੁਣ ਕ੍ਰਾਸ ਵੀ ਗੱਡੀ ਦਾ ਪੈਂਦਾ ਨਜ਼ਰ ਆਏਗਾ। ਆ ਟ੍ਰੇਨ ਆ ਰਹੀ ਹੈ ਤੁਹਾਨੂੰ ਕ੍ਰਾਸ ਕਰਨਾ। ਪੱਕਾ ਨਾ ਲਿਖਿਆ ਜੀ। ਬਿਲਡਿੰਗ ਸੇਮ ਉਹੀ ਹੈ। ਅੱਛਾ ਸ਼ੌਕਤ ਸਾਹਿਬ, ਇਹ ਪੱਕੇ ਇਹਨੇ ਦੀ ਕੋਈ ਸਟੋਰੀ ਦੱਸੋ। ਕਹਿੰਦੇ ਇੱਥੇ ਕੋਈ ਆ ਇੱਥੇ ਖਾਨਕਾ ਦਾ ਤਕਰੀਬਨ 2 ਕਿਲੋਮੀਟਰ ਦੇ ਫਾਸਲੇ ਤੇ ਪੱਕਾਨਾ, ਉਹਨੂੰ ਕਹਿੰਦੇ ਖਾਨਕਾ ਅੰਨਾ ਪੱਕੇ ਦੇ ਨਾਮ ਤੋਂ। ਅੱਛਾ ਅੱਛਾ, ਉਹ ਬਜ਼ੁਰਗ ਸੀ, ਕੋਈ ਇਰਾਨ ਤੋਂ ਆਏ, ਉਹਨਾਂ ਨੇ ਇਸ ਹਲਕੇ ਦੇ ਵਿੱਚ ਆਪਣਾ ਨਿਜ਼ਾਮ ਚਲਾਇਆ, ਆਪਣੀ ਵਿਲਾਇਤ ਦਾ ਬਜ਼ੁਰਗ ਸੀ। ਅੱਛਾ, ਉਹਨਾਂ ਦੇ ਨਾਮ ਤੋਂ ਹੀ ਫਿਰ ਜਿਹੜੀ ਇਹ ਬਿਲਡਿੰਗ ਬਣੀ ਹੈ। ਠੀਕ ਆ ਜੀ। ਇਹ ਰੇਲਵੇ ਸਟੇਸ਼ਨ ਵੀ ਜਿਹੜੀ ਉਹਨਾਂ ਦੀ ਨਿਸਬਤ ਨਾਲ ਹੀ ਪੱਕੇ ਨੇ ਵਾਲੀ ਖਾਨਕਾ। ਪੱਕੇ ਨਾ ਤਾਂ ਕਹਿੰਦੇ ਉਹਨੂੰ ਹੈ। ਅੱਛਾ, ਇਰਾਨ ਤੋਂ ਆਏ ਸੀ। ਪਿੰਡ ਪੁੰਨਾ ਕਿ ਤਹਿਸੀਲ? ਇਹ ਪਿੰਡ ਤੇ ਜਿਹੜਾ ਤਹਿਦਾ ਬਰੇ ਸਗੀਰ ਦੇ ਦੌਰ ਦਾ ਹੀ ਇੱਥੇ ਪੱਕਾ ਨਾ ਹਾਈ ਸਕੂਲ ਬਣਿਆ, ਉਦੋਂ ਦਾ ਕਾਇਮ ਆ। ਲੇਕਿਨ 6ਵੀਂ ਕਲਾਸ ਤੋਂ ਲੈ ਕੇ ਮੈਟ੍ਰਿਕ ਤੱਕ ਇੱਥੇ ਚੱਲਦਾ। ਬੜੀ ਅੱਛੀ ਤਾਲੀਮ, ਪੂਰੇ ਇਲਾਕੇ ਦੇ ਬੜੇ ਬੜੇ ਲੋਕ ਇੱਥੇ ਪੜ੍ਹ ਕੇ ਗਏ ਹੋਏ ਆ। ਅੱਛਾ ਜੀ, ਜਿਹੜੇ ਪਾਕਿਸਤਾਨ ਜਦੋਂ ਪਾਰਟੀਸ਼ਨ ਹੋਈ ਉਦੋਂ ਪਹਿਲਾਂ ਵੀ ਸਿੱਖ ਬਰਾਦਰੀ ਵੀ ਇੱਥੇ ਪੜ੍ਹਦੀ ਸੀ। ਠੀਕ ਹੈ। ਪੂਰਾ 100-150 ਪਿੰਡ ਇਹਦਾ ਮਤਲਬ ਉਸ ਵਕਤ ਦੇ ਲੋਕਾਂ ਨੂੰ ਵੀ ਤਾਲੀਮ ਦੇ ਨਾਲ ਬਹੁਤ ਜ਼ਿਆਦਾ ਲਗਾਓ ਸੀ, ਤਾਂ ਕਿ ਸਾਰੇ ਸਾਡੀ ਇਲਾਕੇ ਦੇ ਨਸਲ ਉਹਨਾਂ ਨੇ ਸੋਚਿਆ ਕਿ ਪੜ੍ਹ ਕੇ ਜਿਹੜੀ ਨਾ ਕਿਸੇ ਮੁਕਾਮ ਤੇ। ਬਿਲਕੁਲ, ਇੱਥੇ ਉਦੋਂ ਦਾ ਨਤੀਜਾ ਹੈ ਕਿ ਜਿਹੜਾ ਮੇਵਾ ਸਿੰਘ ਹੁਣੀ ਜਿਹੜੇ ਆ ਜੀ, ਉਹ ਉਸ ਵਕਤ ਦੇ ਨਾਮੀ ਗ੍ਰਾਮੀ ਵਕੀਲ ਬਣੇ ਔਰ ਫਿਰ ਪਾਰਲੀਮੈਂਟ ਦੇ ਮੈਂਬਰ ਵੀ ਬਣੇ। ਸਾਡੇ ਇਸ ਇਲਾਕੇ ਦੇ ਜ਼ਾਇਲਦਾਰ ਵੀ ਹੋਏ ਔਰ ਪੱਕੇ ਨੇ ਪੜ੍ਹੇ ਹਾਈ ਸਕੂਲ ਦੇ ਵਿੱਚ। ਪੱਕੇ ਨੇ ਹਾਈ ਸਕੂਲ 'ਚ ਪੜ੍ਹ ਕੇ ਗਏ ਹੋ। ਠੀਕ ਹੈ। ਬਲਕਿ ਪੂਰਾ ਇਲਾਕਾ ਹੀ ਗੋਜਰੇ ਤੱਕ ਤਕਰੀਬਨ ਲੋਕ ਇੱਥੇ ਹੁੰਦੇ ਸੀ ਉਦੋਂ। 100 ਪਿੰਡ ਜਾਨੀ ਇਸ ਸਟੇਸ਼ਨ ਤੇ ਆ ਕੇ ਗੱਡੀ ਤੇ ਚੜ੍ਹਦਾ ਹੁੰਦਾ ਸੀ। ਆਲੇ ਦੁਆਲੇ ਦੇ 100 ਪਿੰਡ ਜਿਹੜੇ ਸੀ ਨਾ, ਪੜ੍ਹਨ ਵਾਸਤੇ ਵੀ ਇੱਥੇ ਆਉਂਦੇ ਹੁੰਦੇ ਸੀ। ਫਰੋਖਤ ਵੀ ਇੱਥੋਂ ਆ ਕੇ ਕਰਦੇ ਸੀ ਦੁਕਾਨਾਂ ਤੋਂ ਲੋਕ ਨਾ, ਬੜੀ ਮਾਰਕੀਟ ਬਣੀ ਸੀ ਉਦੋਂ। ਠੀਕ ਆ। ਲੇਕਿਨ ਹੁਣ ਤਾਂ ਬੰਦ ਕਿਸਮ ਦੀ ਰੇਲਵੇ ਖਤਮ ਹੋ ਗਈ। ਹਾਂਜੀ, अब मेल गड्डियाँ आਉਂਦੀਆਂ, ਪੈਸੇਂਜਰ ਛੋਟੀ ਗੱਡੀਆਂ ਬਿਲਕੁਲ ਬੰਦ ਹੋ ਗਈਆਂ। ਬੰਦ ਹੋ ਗਈਆਂ ਜੀ। ਔਰ ਰੇਲਵੇ ਸਟੇਸ਼ਨ ਇਹ ਬੜੇ ਉਦੋਂ ਦੇ ਹੀ ਹੈ ਜਦੋਂ ਪਾਕਿਸਤਾਨ ਬਣਨੇ ਤੋਂ ਪਹਿਲਾਂ ਦੀ ਇਹ ਅੰਗਰੇਜ਼ਾਂ ਦੇ ਦੌਰ ਦੇ ਬਣੇ ਆ। ਸਹੀ। ਕਰ ਚਾਰੇ ਪਾਸੇ ਨੂੰ ਜ਼ਮੀਨ ਨਾਲ ਲੱਗਦੀ ਸੀ। ਅੱਛਾ, ਹੁਣ ਤਾਂ ਵੈਸੇ ਕੱਟ ਕੇ ਕਾਂਟਸ਼ਾਨ ਕਰ ਦਿੱਤੀ ਹੈ। ਪਾਕਿਸਤਾਨ ਤੇ ਹਿੰਦੁਸਤਾਨ ਜਦੋਂ ਬਣਿਆ ਨਾ ਇੰਡੀਆ, ਉਦੋਂ ਦੀ ਇੱਕ ਘਰ ਹੈ। ਮੁਸਾਫਰ ਆ ਕੇ ਤੇ ਨੀਚੇ ਹੀ ਜਿਹੜੇ ਰੈਸਟ ਕਰਦੇ ਹੁੰਦੇ ਸੀ ਗਰਮੀਆਂ ਦੇ ਮੌਸਮ। ਬਿਲਕੁਲ ਜੀ। ਆ ਡਾਣੇ ਜਿਹੜੇ ਵੱਡੇ ਹੋਏ ਕੱਟੇ ਹੋਏ ਨਜ਼ਰ ਆ ਰਹੇ ਆ ਸਾਫ। ਇਹ ਬੜੀ ਤਾਰੀਖੀ ਕਿੱਕਰ ਦਾ ਦਰਖਤ ਹੈ। ਲੋਕ ਇੱਥੇ ਆਰਾਮ, ਗਰਮੀ ਨੂੰ ਇਹਦੇ ਥੱਲੇ ਗਰਮੀ ਬੜੀ ਹੁੰਦੀ ਸੀ, ਹਾਂ। ਇਹਦੇ ਥੱਲੇ ਆ ਕੇ ਬਹਿੰਦੇ ਸੀ। ਬੈਂਚ ਵਗੈਰਾ ਬਣਾਏ ਸੀ ਅੰਗਰੇਜ਼ਾਂ ਦੇ ਦੌਰ ਦੇ। ਲੇਕਿਨ ਕਿੱਕਰ ਉਸ ਦੌਰ ਦੀ ਜਿਹਦੇ ਕਿੰਨੇ ਯਾਰ ਜਾਣਦੇ ਆ ਇਹ ਨਜ਼ਰ ਆ ਰਿਹਾ ਜੀ ਵੀ ਕਿੱਕਰ ਕਿੰਨੀ, ਮਤਲਬ ਇਹ ਵੱਡੀ ਕਿੱਕਰ ਆ।
ਇਹ ਕਿੱਡਾ ਕਿੱਡਾ ਮੋਟਾ ਡਾਣਾ ਜਿਹੜਾ ਇਹਦਾ ਸਾਈਡਾਂ ਨੂੰ ਜਾ ਰਿਹਾ ਆ। ਇਹ ਹੁਣ ਤਾਂ ਛੰਟ ਗਈ ਨਾ, ਪਹਿਲਾਂ ਬੜੀ ਘਣੀ ਦੀ ਛਾਂ ਆਉਂਦੀ, ਥੱਲੇ ਬਾਰਿਸ਼ ਨਹੀਂ ਸੀ ਆਉਂਦੀ ਹੁੰਦੀ। ਬੱਲੇ ਬੱਲੇ ਬੱਲੇ, ਛਤਰੀ ਸੀ ਪੂਰੀ। ਛਤਰੀ ਸੀ, ਜਿਸ ਤੋਂ ਬਾਰਿਸ਼ ਆਉਣੀ ਅਸੀਂ ਥੱਲੇ ਆ ਕੇ ਤੇ ਬੈਠ ਜਾਣਾ। ਹੁਣ ਦੇਖੋ ਜੀ ਡਾਣੇ ਤੁਹਾਨੂੰ ਕੱਟੇ ਹੋਏ ਨਜ਼ਰ ਆਉਂਦੇ, ਵਾਕਈ ਬਿਲਕੁਲ ਜ਼ਮੀਨ ਦੇ ਨਾਲ ਵਿਛ ਗਏ ਹੋਣੇ ਆ। ਜਦੋਂ ਜ਼ਮੀਨ ਨਾਲ ਲੱਗਦੇ ਸੀ ਮਤਲਬ ਬਹਿਣ ਨੂੰ ਥਾਂ ਨਹੀਂ, ਇਸ ਕਰਕੇ ਫਿਰ ਨਾ ਇਹ ਦੇਖੋ ਇੱਕ ਦਿਓਨੁਮਾ ਜਿਹੜੀ ਕਿੱਕਰ ਆ ਜੀ, 100 ਸਾਲ ਤੋਂ ਜ਼ਿਆਦਾ ਉਮਰ ਇਹਦੀ ਹੋ ਗਈ ਜੀ ਕਿੱਕਰ ਦੀ। ਪਹਾੜੀ ਕਿੱਕਰ ਆ ਤੇ ਬਹੁਤ ਹੀ ਪੁਰਾਣੀ ਕਿੱਕਰ, ਔਰ ਬੜਾ ਦੇਖ ਲਓ ਕਿੱਡੇ ਕਿੱਡੇ ਤਣੇ ਇਹਦੇ। ਵਾਹ, ਥੱਲੇ ਸੂਰਜ ਨਹੀਂ ਸੀ ਨਜ਼ਰ ਆਉਂਦਾ, ਥੱਲੇ ਬੈਠੇ ਸੂਰਜ ਨਜ਼ਰ ਨਹੀਂ ਸੀ ਆਉਂਦਾ ਹੈਗਾ, ਇੰਨੀ ਸੰਘਣੀ ਕਿੱਕਰ ਸੀਗੀ ਜੀ। ਪੱਤੇ ਆਉਣਗੇ ਖਜ਼ਾਨ ਦਾ ਚੂੰਕਿ ਮੌਸਮ ਆ ਜੀ, ਇਸ ਕਰਕੇ ਪੱਤੇ ਝੜੇ ਹੋਏ ਆ, ਲੇਕਿਨ ਜਦੋਂ ਬਹਾਰ ਦਾ ਮੌਸਮ ਆਉਣਾ ਪਤਾ ਇੰਨਾ ਹੋ ਜਾਣਾ ਵੀ ਇੱਥੇ ਨਜ਼ਰ ਕੁਛ ਨਹੀਂ ਆਉਣਾ ਹੈਗਾ। ਕਿੱਕਰ ਵੇ ਆਪਣੀ ਜੋਬਨ ਤੇ ਆ ਜਾਣੀ ਆ। ਇਹ ਵੀ ਸਰਕਾਰੀ ਕਰਕੇ ਬਚ ਗਈ, ਨਹੀਂ ਤਾਂ ਵੱਢ ਲੈਣੀ ਸੀ ਲੋਕਾਂ ਨੇ। ਹਾਂਜੀ, ਇਹ ਮੁਹੱਲਾ ਜਿਹੜਾ ਜੀ, ਇਹ ਸਾਰੀ ਜ਼ਮੀਨ ਜਿਹੜੀ ਆਪਣੀ ਜ਼ਮੀਨ 'ਚੋਂ ਗਲੀ ਬਾਜ਼ਾਰ ਦਿੱਤਾ ਸੀ, ਔਰ ਇੱਥੇ ਉਸ ਵਕਤ ਜਿਹੜੇ ਕੰਮਕਾਰ ਕਰਨ ਵਾਲੇ ਬੰਦੇ ਸੀ ਉਹਨਾਂ ਨੂੰ ਇਹ ਮੁਹੱਲਾ ਪੂਰਾ ਦਿੱਤਾ ਸੀਗਾ ਆਪਣੀ ਜ਼ਮੀਨ ਦੇ ਵਿੱਚੋਂ। ਔਰ ਮੈਂ ਸਮਝਦਾ ਕਿ ਬੜੀ ਜਗੀਰ ਦੇ ਮਾਲਕ ਸੀਗੇ, ਕਿਉਂਕਿ ਇੱਦਾਂ ਚੀਜ਼ਾਂ ਦੇਣੀਆਂ ਔਰ ਆਪਣੀ ਵਿਰਾਸਤੀ ਜ਼ਮੀਨ 'ਚੋਂ ਬੜਾ ਹੀ ਇੱਕ ਦਿਲ ਗੁਰਦੇ ਦਾ ਕੰਮ ਹੁੰਦਾ ਜੀ। ਤੇ ਮੇਵਾ ਸਿੰਘ ਉਹਨਾਂ ਨੇ ਆਪਣਾ, ਗੰਡਾ ਸਿੰਘ ਗਿੱਲ ਹੋਣਾ ਨੇ ਆਪਣੀ ਜ਼ਮੀਨ ਜਾਇਦਾਦ ਦੇ ਵਿੱਚੋਂ ਇਹ ਸਾਰਾ ਮੁਹੱਲਾ ਵਸਾਇਆ ਸੀਗਾ ਜੀ। ਉਹਨਾਂ ਨੂੰ ਆਪਣੀ ਮਲਕੀਤੀ ਮਾਲਕ ਬਣਾ ਦਿੱਤਾ ਸੀ ਉਹਨਾਂ ਨੂੰ ਇਸ ਜ਼ਮੀਨ ਦਾ, ਆਪਣੀ ਜ਼ਮੀਨ ਦੇ ਵਿੱਚੋਂ